ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਪੰਕਜ ਸਿਮਰੋ ਅੰਗਦ ਦੁਖ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਸਤਿਗੁਰ ਆਏ ਸਭਾ ਮੈਂ ਸਿੱਖਨ ਸ਼੍ਰੀ ਕਰੰਤ। ਸਿੱਖ ਬਣਿਆ ਤਬ ਨਮੋ ਕਰ ਥਿਰਿਓ ਨਿਕਟ ਭਗਵੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ 'ਚ ਇਕੱਤਰ ਹੋ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਪੰਥ ਦੇ ਵਾਲੀ ਸਰਬੰਸਦਾਨੀ ਪਿਤਾ ਜੀ, ਪਰਮ ਦਿਆਲੂ ਕਿਰਪਾਲੂ ਰਹਿਮਤਾਂ ਦੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਹਰ ਗੋਪਾਲ ਉਜੈਨ ਨਗਰ ਚ ਵਾਪਸ ਗਿਆ। ਰਸਤੇ ਚ ਵਪਾਰ ਕਰਕੇ 3000 ਰੁਪਏ ਦਾ ਮੁਨਾਫਾ ਖੱਟ ਕੇ ਪਿਤਾ ਨੂੰ ਜਾ ਕੇ ਮਿਲ ਕੇ ਸਾਰੀ ਗੱਲ ਦੱਸੀ ਤੇ ਬਿਸੰਬਰ ਦਾਸ ਨੇ ਮੱਥਾ ਧੁਨਿਆ
ਔਰ ਆਖਿਆ ਹਰ ਗੋਪਾਲ ਸੱਚੇ ਸਤਿਗੁਰਾਂ ਕੋਲ ਜਾ ਕੇ ਜੋ ਸੱਚ ਦਾ ਵਣਜ ਸੀ ਉਹਦਾ ਤਿਆਗ ਕਰਕੇ ਤੂੰ ਆ ਕੱਚ ਇਕੱਠਾ ਕਰਕੇ ਲੈ ਆਇਆ ਹੈ, ਕਿਸ ਕੰਮ ਦਾ ਹੈ? ਤੂੰ ਸਹੀ ਨਹੀਂ ਕੀਤਾ। ਪਰ ਹਰ ਗੋਪਾਲ ਨੂੰ ਉਹ ਪੈਸੇ ਦਿਸਦੇ ਸਨ, ਸਤਿਗੁਰਾਂ ਦੀ ਮਹਿਮਾ ਨਹੀਂ ਸੀ ਦਿਸਦੀ। ਦੇਵ ਨੇ ਤਾਂ ਐਸੀ ਕਲਾ ਵਰਤੀ ਕਿ ਕੁਝ ਸਮਾਂ ਤਾਂ ਵਪਾਰ ਵਿੱਚ ਫਾਇਦਾ ਹੁੰਦਾ ਰਿਹਾ, ਮੁੜ ਕੇ ਸਾਰਾ ਕੁਝ ਲੁੱਟਿਆ ਗਿਆ। ਫਿਰ ਸੋਝੀ ਆਈ ਤੇ ਰੋ ਕੇ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਚਲੋ ਗੁਰੂ ਸਾਹਿਬ ਦੀ ਸ਼ਰਨ ਚੱਲੀਏ। ਪਰਿਵਾਰ ਸਮੇਤ ਭਾਈ ਬਿਸੰਬਰ ਦਾਸ ਜੀ ਉਜੈਨ ਤੋਂ ਚੱਲ ਕੇ ਪਹਿਲਾਂ ਮਾਜਰੀ ਪਿੰਡ ਆਏ, ਜਿੱਥੇ ਭਾਈ ਧਿਆਨ ਸਿੰਘ ਨੂੰ ਇਹਨੇ ਸਤਿਗੁਰਾਂ ਦਾ ਬਚਨ ਵੇਚਿਆ ਸੀ। ਧਿਆਨ ਸਿੰਘ ਨੂੰ ਆਖਿਆ, ਤੂੰ ਮੇਰਾ ਗੁਰ ਭਾਈ ਹੈ। ਗੁਰ ਭਾਈ ਦਾ ਭਲਾ ਲੋਚਦਾ ਹੈ। ਸਤਿਗੁਰਾਂ ਕੋਲ ਚੱਲ ਕੇ ਮੇਰੀ ਸਿਫਾਰਿਸ਼ ਕਰ। ਇਹ ਚੱਲ ਕੇ ਚਮਕੌਰ ਸਾਹਿਬ ਤੋਂ, ਮਾਜਰੀ ਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪੁੱਜੇ ਹਨ। ਜਾ ਕੇ ਨਮਸਕਾਰ ਕੀਤੀ, ਗੁਰਦੇਵ ਦੇ ਨਾਲ ਬਚਨ ਵਿਲਾਸ ਹੋਏ। ਧਿਆਨ ਸਿੰਘ ਮਾਜਰੀ ਨੂੰ ਮਹਾਰਾਜ ਜੀ ਨੇ ਬਰਕਤਾਂ ਬਖਸ਼ੀਆਂ। ਜਿਹਨੇ 600 ਰੁਪਈਆ ਘਰ ਦਾ ਬਹੁਤ ਸਮਾਨ ਗਿਰਵੀ ਰੱਖ ਕੇ ਇਕੱਠਾ ਕੀਤਾ ਸੀ, ਸਾਹਿਬ ਦੇ ਤਰਸ ਨਾਲ ਉਹਦਾ ਸੱਚਾ ਵਣਜ ਐਸਾ ਚੱਲਿਆ ਕਿ ਉਹਨੂੰ ਲਾਹਾ ਹੀ ਲਾਹਾ ਪ੍ਰਾਪਤ ਹੋਇਆ। ਤੋ ਭਾਈ ਬਿਸੰਬਰ ਦਾਸ ਨੂੰ ਸਤਿਗੁਰੂ ਜੀ ਕਹਿਣ ਲੱਗੇ, ਬਿਸੰਬਰ ਦਾਸ ਤੂੰ ਪੂਰਬਲੇ ਜਨਮਾਂ ਦਾ ਸਾਡਾ ਸੇਵਕ ਹੈ, ਪਹਿਲੇ ਜਾਮੇ 'ਚ ਸਾਨੂੰ ਮਿਲਿਆ ਸੀ। ਉਸ ਵੇਲੇ ਕੁਝ ਵਾਰਤਾ ਰਹਿ ਗਈ ਸੀ, ਉਹ ਹੁਣ ਤੂੰ ਕਰ ਲੈ, ਸਾਡੇ ਨਾਲ ਵਚਨ ਜਿਹੜੇ ਪੁੱਛਣੇ ਨੇ ਪੁੱਛ ਲੈ। ਭਾਈ ਬਿਸੰਬਰ ਦਾਸ ਜੀ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਨੇ। ਸਤਿਗੁਰੂ ਜੀ ਅਰਦਾਸਾਂ ਦੱਸ ਰਹੇ ਨੇ। 101 ਅਰਦਾਸ ਮਹਾਰਾਜ ਜੀ ਨੇ ਦੱਸੀ ਹੈ ਕਿ ਕਿਵੇਂ ਕਿਹੜੇ ਸਮੇਂ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ, ਕੀ ਅਰਦਾਸ ਕਰਨੀ ਚਾਹੀਦੀ ਹੈ, ਕਹਿਣਾ ਕੀ ਚਾਹੀਦਾ। ਕਿਉਂਕਿ ਸਿੱਖ ਦਾ ਸਾਰਾ ਜੀਵਨ ਗੁਰੂ ਦੇ ਚਰਨਾਂ 'ਚ ਅਰਜ਼ੋਈਆਂ ਤੇ ਅਰਦਾਸ ਕਰਦੇ ਹੀ ਬੀਤਦਾ। ਅਰਦਾਸ ਕੋਈ ਸ਼ਬਦਾਂ ਦਾ ਜਾਲ ਨਹੀਂ ਹੈ। ਅਰਦਾਸ ਸਾਡੀ ਆਤਮਾ ਦੀ ਪੁਕਾਰ ਹੈ, ਜਿਹੜੀ ਨਿਰੰਕਾਰ ਦੇ ਘਰ ਤੱਕ ਪਹੁੰਚਦੀ ਹੈ। ਦਾਸਾ ਭਾਵ ਧਾਰਨ ਕਰਕੇ ਜਦੋਂ ਅਸੀਂ ਅਰਜ਼ ਕਰਦੇ ਹਾਂ, ਉਹਨੂੰ ਅਰਦਾਸ ਕਹਿੰਦੇ ਨੇ। ਦਾਸ ਬਣ ਕੇ ਅਰਦਾਸ ਕਰੀਏ। ਆਓ ਜਿਹੜੀਆਂ ਅਰਦਾਸਾਂ ਮੇਰੇ ਗਰੀਬ ਨਵਾਜ ਦਇਆਨੰਦ ਸੁਆਮੀ ਜੀ ਦੱਸ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬੇ ਕਮਾਲ ਗੁਰੂ ਕਲਗੀਧਰ ਜੀ, ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਆਏ ਸਭਾ ਮੈਂ, ਸਿੱਖਨ ਸ਼੍ਰੀ ਕਰੰਤ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਭਾ ਵਿੱਚ ਆਏ ਨੇ, ਦੀਵਾਨ ਵਿੱਚ ਆਏ ਨੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ। ਐਸੇ ਕਿਰਪਾਲੂ ਦਿਆਲੂ ਸਤਿਗੁਰੂ ਜੋ ਆਪਣੇ ਸਿੱਖਾਂ ਦੀ ਸ਼ਰੇ ਕਰਦੇ ਨੇ। ਸ਼ਰੇ ਦਾ ਮਤਲਬ ਹੁੰਦਾ ਕਲਿਆਣ ਕਰਨੀ। ਸਤਿਗੁਰੂ ਜੀ ਆਪਣੇ ਸਿੱਖਾਂ ਦੀ ਕਲਿਆਣ ਕਰਦੇ ਹਨ। ਸਿੱਖ ਬਣਿਆ ਤਬ ਨਮੋ ਕਰ,
ਥੇਰਿਓ ਨਿਕਟ ਭਗਵੰਤ। ਇਹ ਬਣੀਆਂ ਸਿੱਖ ਭਾਈ ਬਿਸੰਬਰ ਦਾਸ ਜਦੋਂ ਮਹਾਰਾਜ ਜੀ ਦਾ ਦੀਵਾਨ ਸਜਿਆ ਆ ਕੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਿਆ, ਮਹਾਰਾਜ ਜੀ ਦੇ ਦਰਬਾਰ 'ਚ ਬੈਠ ਗਿਆ। ਚੌਪਈ ਸ਼੍ਰੀ ਮੁਕਤੇ ਗੁਰ ਮ੍ਰਿਦੁਲ ਬਖਾਨੇ। ਬਿਸੰਬਰ ਦਾਸ ਨੂੰ ਆਪਣੇ ਚਰਨਾਂ 'ਚ ਬੈਠਿਆ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਬੜੇ ਕੋਮਲ ਪਿਆਰੇ ਤੇ ਮਿੱਠੇ ਬਚਨ ਸਤਿਗੁਰੂ ਜੀ ਬੋਲੇ। ਕਹੋ ਸਿੱਖਾ ਇੱਛਾ ਕਿਆ ਠਾਨੇ। ਮਹਾਰਾਜ ਜੀ ਕਹਿੰਦੇ, ਹਾਂ ਭਾਈ ਬਿਸੰਬਰ ਦਾਸ ਜੀ, ਗੁਰੂ ਕੇ ਸਿੱਖਾ, ਦੱਸ ਤੇਰੇ ਮਨ ਵਿੱਚ ਕੀ ਇੱਛਾ ਹੈ, ਤੇਰੇ ਹਿਰਦੇ ਦੀ ਕੀ ਕਾਂਖਾ, ਕੀ ਇੱਛਾ ਹੈ। ਹਮ ਪਗ ਕੋ ਨਿਰਮਲ ਸਿੱਖ ਆਹੈ। ਤੂੰ ਸਾਡੇ ਚਰਨਾਂ ਦਾ ਨਿਰਮਲ ਸਿੱਖ ਹੈ। ਨਿਰਮਲ ਸਿੱਖ ਦਾ ਮਤਲਬ ਹੁੰਦਾ ਵੀ ਸ਼ੁੱਧ ਭਾਵਨਾ ਵਾਲਾ, ਸ਼ੁੱਧ ਹਿਰਦੇ ਵਾਲਾ। ਤੂੰ ਸਾਡੇ ਚਰਨਾਂ ਦਾ ਸ਼ੁੱਧ ਹਿਰਦੇ ਵਾਲਾ ਸਿੱਖ ਹੈ। ਦਿਸ਼ ਦੱਖਣ ਮੈਂ ਇੱਕ ਤੂੰ ਰਹੇ। ਦੱਖਣ ਦਿਸ਼ਾ ਦੇ ਵਿੱਚ ਬਹੁਤ ਘੱਟ ਸਿੱਖ ਨੇ, ਉਹਨਾਂ ਵਿੱਚੋਂ ਹੇ ਭਾਈ ਬਿਸੰਬਰ ਦਾਸ ਜੀ ਤੁਸੀਂ ਸਿਰਮੌਰ ਹੋ। ਦੱਖਣ ਦਿਸ਼ਾ ਵਿੱਚ ਇੱਕ ਤੁਸੀਂ ਹੀ ਸ਼ੁੱਧ ਭਾਵਨਾ ਵਾਲੇ, ਸ਼ੁੱਧ ਹਿਰਦੇ ਵਾਲੇ ਸਿੱਖ ਹੋ। ਦੱਖਣ ਵਿਖੇ ਸਿੱਖ ਹੈ ਥੋੜੇ। ਦੱਖਣ ਦਿਸ਼ਾ ਦੇ ਵਿੱਚ ਸਾਡੀਆਂ ਸਿੱਖ ਸੰਗਤਾਂ ਦੀ ਗਿਣਤੀ ਥੋੜੀ ਹੈ, ਬਹੁਤ ਘੱਟ ਸਿੱਖ ਨੇ ਦੱਖਣ ਵਿੱਚ। ਤੋ ਤੁਸੀਂ ਸਾਡੇ ਦੱਖਣ ਦਿਸ਼ਾ ਵਿੱਚ ਬੜੇ ਨਿਰਮਲ ਭਾਵਨਾ ਵਾਲੇ ਵਿਰਲੇ ਸਿੱਖਾਂ ਵਿੱਚੋਂ ਇੱਕ ਹੋ। ਬਹੁਤ ਘੱਟ ਗਿਣਤੀ ਦੇ ਸਿੱਖ ਦੱਖਣ ਦਿਸ਼ਾ ਵਿੱਚ ਰਹਿੰਦੇ ਹਨ। ਇਹ ਉਸ ਵੇਲੇ ਦਾ ਬਚਨ ਜਦੋਂ ਸਤਿਗੁਰੂ ਦੱਖਣ ਗਏ ਨਹੀਂ ਸੀ। ਜਦੋਂ ਸਾਹਿਬ ਦੱਖਣ ਗਏ ਤੇ ਫਿਰ ਦੱਖਣ ਵਿੱਚ ਵੀ ਗੁਰਦੇਵ ਨੇ ਸਿੱਖੀ ਫਲੀਭੂਤ ਕੀਤੀ, ਸੈਂਕੜੇ ਗੁਰਸਿੱਖ ਮਹਾਰਾਜ ਜੀ ਨੇ ਬਣਾਏ। ਤੇ ਹੁਣ ਤਾਂ ਦੱਖਣ ਦੇ ਵਿੱਚ ਜਿਹੜੇ ਸਿੱਖ ਨੇ, ਸ੍ਰੀ ਹਜ਼ੂਰ ਸਾਹਿਬ, ਹੈਦਰਾਬਾਦ, ਉਹ ਬੜੇ ਪਰਪੱਕ ਨੇ ਮਹਾਰਾਜ ਜੀ ਦੀ ਸਿੱਖੀ 'ਚ, ਰਹਿਤ ਬਹਿਤ 'ਚ, ਸ਼ਸਤਰਾਂ ਵਿੱਚ, ਕੇਸ ਰੱਖਣ ਦੇ ਵਿੱਚ ਤਿਆਰ ਬਰ ਤਿਆਰ ਰਹਿਣ ਵਾਲੇ ਸਿੱਖ ਨੇ। ਤੋ ਕਲਗੀਧਰ ਜੀ ਕਹਿੰਦੇ, ਬਿਸੰਬਰ ਦਾਸ, ਉਜੈਨ ਦੇ ਵਿੱਚ ਇੱਕ ਤੂੰ ਸਾਡਾ ਨਿਰਮਲ ਭਾਵਨਾ ਵਾਲਾ, ਸ਼ੁੱਧ ਹਿਰਦੇ ਵਾਲਾ ਸਿੱਖ ਹੈ। ਦੱਖਣ ਦੇ ਵਿੱਚ ਸਾਡੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਹੈ। ਤੁਮ ਸਮਸਰ ਤੈ ਕੋਈ ਨਾ ਓਰੇ। ਜਿਹੜੇ ਵੀ ਸਿੱਖ ਨੇ ਦੱਖਣ ਦਿਸ਼ਾ ਵਿੱਚ ਹਨ, ਉਹਨਾਂ ਵਿੱਚੋਂ ਵੀ ਤੁਹਾਡੇ ਵਰਗਾ ਨਹੀਂ ਹੈ ਕੋਈ। ਯਾਨੀ ਕਿ ਤੁਸੀਂ ਸਿਰਮੌਰ ਹੋ ਸਾਰਿਆਂ ਵਿੱਚ। ਦੱਖਣ ਦੇ ਸਾਰੇ ਸਿੱਖਾਂ ਵਿੱਚੋਂ ਤੁਸੀਂ ਸਿਰਮੌਰ ਹੋ, ਕਿਉਂਕਿ ਤੁਹਾਡੇ ਹਿਰਦੇ ਦਾ ਭਾਵ ਬਹੁਤ ਸ਼ੁੱਧ ਹੈ। ਤਬ ਕਰ ਜੋਰ ਬਿਸ਼ੰਬਰ ਦਾਸ। ਜਦੋਂ ਕਲਗੀਧਰ ਜੀ ਨੇ ਇਹ ਬਚਨ ਕਹੇ ਤੇ ਭਾਈ ਬਿਸੰਬਰ ਦਾਸ ਨੇ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਗੁਰੂ ਪਾਸ ਇਮ ਕਰਿਓ ਪ੍ਰਕਾਸ਼। ਬੜੇ ਸਨਿਮਰ ਭਾਵ ਨਾਲ, ਵਿਨਿਮਰ ਭਾਵ ਨਾਲ ਭਾਈ ਬਿਸੰਬਰ ਦਾਸ ਜੀ ਬੋਲੇ। ਪ੍ਰਭ ਜੀ ਦਾਰਦ ਭਾਖਰ ਮੋਰੇ। ਇਹ ਪ੍ਰਭੂ ਜੀ, ਪਹਿਲੀ ਬੇਨਤੀ ਤਾਂ ਇਹ ਹੈ ਕਿ ਮੇਰੇ ਘਰ ਵਿੱਚ ਹੁਣ ਅੱਤ ਦੀ ਗਰੀਬੀ ਆ ਗਈ ਹੈ, ਕਿਉਂਕਿ ਗਰੀਬੀ ਬਹੁਤ ਆ ਗਈ ਸੀ। ਪ੍ਰਸ਼ਾਦਾ ਪੱਕਣਾ ਵੀ ਮੁਸ਼ਕਲ ਹੋ ਗਿਆ ਸੀ। ਕਿੱਥੇ ਵੱਡੇ ਸ਼ਾਹੂਕਾਰ ਸੀ, ਬਣੀਏ ਸੀ, ਤੇ ਘਾਟਾ ਪਿਆ ਵਪਾਰ ਵਿੱਚ ਬਹੁਤ ਜ਼ਿਆਦਾ। ਤੋ ਭਾਈ ਸਾਹਿਬ ਕਹਿਣ ਲੱਗੇ, ਕਿਉਂਕਿ ਸਿੱਖ ਨੇ ਜੋ ਮੰਗਣਾ ਗੁਰੂ ਕੋਲੋਂ ਹੀ ਮੰਗਣਾ, ਸਤਿਗੁਰਾਂ ਦੇ ਚਰਨਾਂ 'ਚੋਂ ਹੀ ਮੰਗਣਾ। ਮਹਾਰਾਜ ਜੀ, ਬਿਨਾਂ ਸਿੱਖ ਦਾ ਕਿਹੜਾ ਕੋਈ ਹੋਰ ਆਸਰਾ ਹੈ। ਬਿਸੰਬਰ ਦਾਸ ਜੀ ਕਹਿਣ ਲੱਗੇ, ਸਤਿਗੁਰੂ ਜੀ, ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ। ਸਕਲ ਪਦਾਰਥ ਹੱਥ ਪਏ ਥੋਰੇ। ਐਸਾ ਨਹੀਂ ਸੀ ਵੀ ਪਹਿਲਾਂ ਵੀ ਗਰੀਬੀ ਸੀ। ਪਹਿਲਾਂ ਮਹਾਰਾਜ ਬਹੁਤ ਕੁਝ ਸੀ ਘਰ ਵਿੱਚ ਆਪ ਜੀ ਦਾ ਦਿੱਤਾ। ਸਹਿਜੇ ਸਹਿਜੇ ਸਾਰੇ ਪਦਾਰਥ ਜਿਹੜੇ ਸਨ ਘਰ ਦੇ ਮਹਾਰਾਜ, ਉਹ ਖਤਮ ਹੋ ਗਏ, ਨਿਖੁੱਟ ਗਏ। ਪੂਰਬ ਕਰੋ ਸੰਪਦਾ ਭਾਰੀ। ਮਹਾਰਾਜ ਪਹਿਲਾਂ ਤਾਂ ਇਹ ਕਿਰਪਾ ਕਰੋ ਵੀ ਘਰ ਦਾ ਦਲਿੱਦਰ ਖਤਮ ਕਰੋ। ਜਿਹੜਾ ਮੇਰੇ ਘਰ ਵਿੱਚ ਦਲਿੱਦਰ ਹੈ, ਪਹਿਲਾਂ ਤਾਂ ਸਤਿਗੁਰੂ ਜੀ ਤਰਸ ਕਰਕੇ ਉਹ ਦਲਿੱਦਰ ਦੂਰ ਕਰੋ। ਪੀਛੇ ਪੂਛੋ ਮਮਤਾ ਟਾਰੀ। ਫਿਰ ਉਸ ਤੋਂ ਬਾਅਦ ਮੈਂ ਆਪਣੇ ਅੰਦਰ ਦੇ ਸਵਾਲ ਪੁੱਛਾਂਗਾ, ਜਗਿਆਸਾ ਰੱਖ ਕੇ, ਮਮਤਾ ਦੂਰ ਕਰਕੇ। ਵੀ ਪਹਿਲਾਂ
ਇਹਨਾਂ ਦਾ ਫਿਕਰ ਹੈ ਵੀ ਇਹ ਬੱਚੇ ਪਰਿਵਾਰ ਦੇ ਜੀ ਦਲਿੱਦਰ ਵਿੱਚ ਨੇ, ਗਰੀਬੀ ਵਿੱਚ ਨੇ। ਪਹਿਲਾਂ ਤਾਂ ਮਹਾਰਾਜ ਇਹ ਦਲਿੱਦਰ ਦੂਰ ਕਰ ਦਿਓ। ਜਦੋਂ ਦਲਿੱਦਰ ਦੂਰ ਕਰਨ ਦਾ ਵਚਨ ਕਰ ਦਿਓਗੇ, ਫਿਰ ਇਹਨਾਂ ਤੋਂ ਆਪਣੀ ਮਮਤਾ ਨੂੰ ਹਟਾ ਕੇ, ਮੈਂ ਮੇਰੀ ਨੂੰ ਹਟਾ ਕੇ, ਫਿਰ ਮੈਂ ਆਪ ਜੀ ਦੇ ਕੋਲ ਆਪਣੀ ਜਗਿਆਸਾ ਦੇ ਸਵਾਲ ਪੁੱਛਾਂਗਾ। ਸੁਨ ਕਰ ਸ਼੍ਰੀ ਸਤਿਗੁਰ ਮੁਸਕਾਏ। ਸੁਣ ਕੇ ਸਤਿਗੁਰੂ ਜੀ ਮੁਸਕਰਾਏ। ਮੁਸਕਰਾ ਪਏ ਕਲਗੀਧਰ ਸੁਆਮੀ ਜੀ। ਵਦੇ ਸੰਪਦਾ ਤਥਾ ਬਤਾਏ। ਮਹਾਰਾਜ ਜੀ ਨੇ ਤਰੀਕਾ ਦੱਸਿਆ ਕਿ ਤੁਹਾਡੇ ਘਰ 'ਚ ਸੰਪਦਾ ਕਿਵੇਂ ਵਧੇਗੀ। ਇਹਦਾ ਨਾ ਤਰੀਕਾ ਦੱਸਿਆ ਮੇਰੇ ਸੁਆਮੀ ਜੀ ਨੇ ਵੀ ਕੀ ਕਰੋ ਤੇ ਤੁਹਾਡੇ ਘਰ ਵਿੱਚ ਸੰਪਦਾ ਵਧੇਗੀ, ਧਨ ਵਧੇਗਾ, ਦਲਿੱਦਰ ਦੂਰ ਹੋਵੇਗਾ। ਕੀ ਕਰਨਾ ਚਾਹੀਦਾ ਉਹ ਮਹਾਰਾਜ ਜੀ ਨੇ ਦੱਸਿਆ ਹੈ। ਦਰਸ਼ਨ ਕਰ ਕਰ ਜੈ ਹੋ ਜਬ ਹੋ। ਮਹਾਰਾਜ ਨੇ ਤਰੀਕਾ ਦੱਸਿਆ। ਕਹਿੰਦੇ ਬਿਸੰਬਰ ਦਾਸ, ਜਦੋਂ ਤੁਸੀਂ ਸਾਡੇ ਦਰਸ਼ਨ ਕਰਕੇ ਵਾਪਸ ਆਪਣੇ ਘਰ ਉਜੈਨ ਜਾਓਗੇ, ਕਰੋ ਕਰਾਓ ਪ੍ਰਸਾਦ ਸੋ ਤਬੋ। ਘਰ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਿਓ। ਇਹ ਤਰੀਕਾ ਕੱਲਾ ਬਿਸੰਬਰ ਦਾਸ ਨੂੰ ਨਹੀਂ ਦੱਸਿਆ, ਮਹਾਰਾਜ ਜੀ ਨੇ ਹਰ ਉਸ ਸਿੱਖ ਨੂੰ ਦੱਸਿਆ ਜਿਸ ਦੇ ਘਰ 'ਚ ਦਲਿੱਦਰ ਹੈ। ਮਹਾਰਾਜ ਜੀ ਕਹਿੰਦੇ ਬਿਸੰਬਰ ਦਾਸ, ਘਰ ਜਾਇਓ ਆਪਣੇ ਨਗਰ ਵਿੱਚ। ਜਦੋਂ ਸਾਡੇ ਦਰਸ਼ਨ ਕਰਕੇ ਜਾਓਗੇ ਨਾ, ਤੇ ਘਰ ਜਾ ਕੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਬੜੀ ਪਵਿੱਤਰਤਾ ਨਾਲ ਤਿਆਰ ਕਰਨੀ। ਕੇਸੀ ਇਸ਼ਨਾਨ ਕਰਕੇ, ਸਰੀਰ ਤੇ ਸਵੱਛ ਵਸਤਰ ਧਾਰਨ ਕਰਕੇ, ਚਿਹਰਾ ਸਜਾ ਕੇ, ਪੂਰੇ ਬਰਾਬਰ ਦੇ ਹਿੱਸੇ ਵਿੱਚ ਆਟਾ, ਖੰਡ ਤੇ ਘਿਓ, ਇਹ ਤਿੰਨੇ ਚੀਜ਼ਾਂ ਬਰਾਬਰ ਦੇ ਮਿਕਦਾਰ ਵਿੱਚ। ਜੇ ਮੰਨ ਲਓ ਵੀ ਕਿਲੋ ਘਿਓ ਹੈ ਤੇ 1 ਕਿਲੋ ਬਰਾਬਰ ਤੋਲ ਕੇ ਪਾਉਣਾ ਵਜਨ ਵਿੱਚ। ਨਹੀਂ ਤਾਂ ਆਮ ਕਰਕੇ ਅੱਜ ਕੱਲ ਅਸੀਂ ਜਦੋਂ ਦੇਗ ਤਿਆਰ ਕਰਦੇ ਤੇ ਅੰਦਾਜ਼ੇ ਨਾਲ ਪਾ ਲੈਂਦੇ ਹਾਂ। ਉਹਦੇ ਨਾਲ ਕਈ ਵਾਰੀ ਘਿਓ ਵੱਧ ਹੋ ਜਾਂਦਾ, ਆਟਾ ਘਟ ਜਾਂਦਾ, ਕਈ ਵਾਰੀ ਆਟਾ ਵੱਧ ਪੈ ਜਾਂਦਾ, ਖੰਡ ਘੱਟ ਵੱਧ ਹੋ ਜਾਂਦੀ ਹੈ। ਕਿ ਇਹ ਬਰਾਬਰ ਦੇ ਹਿੱਸੇ ਵਿੱਚ ਰੱਖਣੀਆਂ ਤਿੰਨੇ ਚੀਜ਼ਾਂ ਕੜਾ ਪ੍ਰਸ਼ਾਦ। ਕਈ ਵਾਰ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ, ਉਹ ਕਹਿੰਦੇ ਚਲੋ ਖੰਡ ਜਿਹੜੀ ਆ ਉਹ ਥੋੜੀ ਜੀ ਪਾ ਲੈਨੇ ਆ। ਨਹੀਂ, ਸਾਨੂੰ ਸ਼ੂਗਰ ਹੈ, ਸਤਿਗੁਰਾਂ ਨੂੰ ਭੋਗ ਲੱਗਣਾ, ਉਹਨਾਂ ਨੂੰ ਕੋਈ ਸ਼ੂਗਰ ਨਹੀਂ ਹੈ। ਇਸ ਕਰਕੇ ਬਰਾਬਰ ਦੀ ਮਿਕਦਾਰ ਹੋਣੀ ਚਾਹੀਦੀ ਹੈ ਤਿੰਨਾਂ ਚੀਜ਼ਾਂ ਦੀ। ਪਾਣੀ ਜਿਹੜਾ ਜੇ ਕਿਲੋ ਦੇਗਾ ਤੇ ਉਹਦੇ ਮੁਤਾਬਕ 4 ਗੁਣਾ ਪਾਣੀ ਜਿਹੜਾ ਉਹ ਵਿੱਚ ਪਵੇਗਾ। ਤੋ ਐਨ ਹਿਸਾਬ ਕਿਤਾਬ ਰੱਖ ਕੇ ਬਣੀਏ ਹੋ ਤੁਸੀਂ ਬਿਸੰਬਰ ਦਾਸ ਜੀ। ਤੇ ਜਿਵੇਂ ਬਣੀਆਂ ਦੁਕਾਨ ਤੇ ਐਨ ਤੋਲਾ ਤੋਲਾ ਤੋਲ ਕੇ ਦਿੰਦਾ ਨਾ ਇੱਕ ਇੱਕ ਚੀਜ਼, ਏਦਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਪਰ ਛਾਦ ਬਸਤਰ ਕੋ ਦੀਜੈ। ਉੱਤੋਂ ਸਾਫ਼ ਕੱਪੜੇ ਦੇ ਨਾਲ ਉਸ ਕੜਾ ਪ੍ਰਸ਼ਾਦ ਦੀ ਦੇਗ ਨੂੰ ਢੱਕ ਕੇ ਬਾਟੇ 'ਚ ਸਜਾ ਦੇਣੀ ਹੈ। ਪਾਠ ਆਨੰਦ 3 ਕਰ ਲੀਜੈ। ਕੋਲ ਬੈਠ ਕੇ 3 ਆਨੰਦ ਸਾਹਿਬ ਦੇ ਪਾਠ ਕਰਨੇ ਨੇ। ਮਹਾਰਾਜ ਜੀ ਜੁਗਤ ਦੱਸ ਰਹੇ ਬਿਸੰਬਰ ਦਾਸ ਜੀ, ਤੁਹਾਡੇ ਘਰ ਦਾ ਦਲਿੱਦਰ ਗਰੀਬੀ ਕਿਵੇਂ ਦੂਰ ਹੋਏਗੀ, ਉਹਦਾ ਤਰੀਕਾ ਦੱਸ ਰਹੇ ਨੇ ਵੀ ਇਦਾਂ ਕਰਿਓ। ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਜਦੋਂ ਤਿਆਰ ਹੋ ਜਾਏਗੀ ਤੇ ਸੋਹਣੇ ਭਾਂਡੇ ਵਿੱਚ ਪਾ ਕੇ, ਬਾਟੇ 'ਚ ਪਾ ਕੇ, ਉੱਤੋਂ ਸਾਫ਼ ਕੱਪੜੇ ਦੇ ਨਾਲ ਦੇਗ ਨੂੰ ਢੱਕ ਕੇ ਰੱਖ ਦਿਓ। ਕੋਲ ਚੌਂਕੜਾ ਮਾਰ ਕੇ ਬਹਿ ਜਾਓ ਤੇ 3 ਪਾਠ ਕਰਨੇ ਨੇ ਸ੍ਰੀ ਆਨੰਦ ਸਾਹਿਬ ਦੇ। 3 ਪਾਠ। ਤਿੰਨਾਂ ਦਾ ਕੀ ਮਤਲਬ ਹੁੰਦਾ ਹੈ? ਕਿਉਂਕਿ 3 ਹੀ ਚੀਜ਼ਾਂ ਨੇ, ਮਨ, ਬਚ ਤੇ ਕਰਮ। ਮਨ ਬਚ ਕਰਮ ਕਰਕੇ ਵੀ 3 ਪਾਠ ਸ੍ਰੀ ਆਨੰਦ ਸਾਹਿਬ ਦੇ। 3 ਦਾ ਮਤਲਬ ਇਸ ਕਰਕੇ ਵੀ 3 ਕਹੇ ਨੇ ਵੀ ਤੀਜੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਹੈ। ਤੋ 3 ਪਾਠ ਜਿਹੜੇ ਨੇ ਉਹ ਸ੍ਰੀ ਆਨੰਦ ਸਾਹਿਬ ਦੇ ਕੋਲ ਬੈਠ ਕੇ ਕਰਨੇ ਹਨ। ਪ੍ਰਥਮ ਪੜੋ ਜਪ ਬੈਠੋ ਪਾਸ। ਆਨੰਦ ਸਾਹਿਬ ਪੜਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਕੋਲ ਬਹਿ ਕੇ। ਜਾਂ ਕਈ ਵਾਰੀ ਸਿੰਘ ਦੇਗ ਤਿਆਰ ਕਰਦੇ ਆ, ਜਪਜੀ ਸਾਹਿਬ ਦਾ ਪਾਠ ਨਾਲ ਨਾਲ ਕਰ ਲੈਂਦੇ ਆ। ਤੋ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਫਿਰ 3 ਪਾਠ ਸ੍ਰੀ ਆਨੰਦ ਸਾਹਿਬ ਦੇ ਕਰਨੇ ਹਨ। ਸਤਿਗੁਰ ਹਿਤ ਦਿਓ ਪੰਚ ਗਿਰਾਸ। ਫਿਰ ਅਰਦਾਸ ਕਰਕੇ
ਭੋਗ ਲਵਾ ਕੇ ਕੜਾ ਪ੍ਰਸ਼ਾਦ ਨੂੰ, ਫਿਰ ਉਹ ਪ੍ਰਸ਼ਾਦ ਜਿਸ ਵੇਲੇ ਵੰਡਣਾ, ਵੰਡਣ ਦਾ ਤਰੀਕਾ ਵੀ ਦੱਸਿਆ ਮਹਾਰਾਜ ਜੀ ਨੇ ਕਿ ਪਹਿਲਾਂ 5 ਵਰਤਾਰੇ ਵੱਖਰੇ ਕੱਢਣੇ। ਹੁਣ ਵੀ ਮਰਿਆਦਾ ਨਾ 5 ਵਰਤਾਰੇ ਜਿਹੜੇ ਨੇ ਉਹ ਕੱਢੇ ਜਾਂਦੇ ਆ ਪਹਿਲਾਂ 5 ਪਿਆਰਿਆਂ ਦੇ, ਤੇ 2 ਵਰਤਾਰੇ ਮਹਾਰਾਜ ਜੀ ਦੇ ਤਾਬਿਆਂ ਵਾਲੇ ਸਿੰਘ ਦੇ ਹੁੰਦੇ ਆ, ਤਾਬਿਆਂ ਦੇ ਉਹ 2 ਹੋਣੇ ਚਾਹੀਦੇ ਆ। ਆਮ ਕਰਕੇ 1 ਵਰਤਾਰਾ ਹੀ ਪਾਉਂਦੇ ਆ ਬਾਟੇ 'ਚ, ਪਰ ਮਹਾਂਪੁਰਸ਼ ਸੰਪਰਦਾਵਾਂ ਦੇ ਵਿੱਚ ਦੱਸਦੇ ਆ ਵੀ 2 ਵਰਤਾਰੇ ਹੋਣੇ ਚਾਹੀਦੇ ਆ ਉਸ ਬਾਟੇ 'ਚ ਜਿਹੜਾ ਮਹਾਰਾਜ ਜੀ ਦੇ ਤਾਬਿਆਂ ਰੱਖਣਾ ਹੁੰਦਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹ ਵੱਖਰੇ ਕੱਢ ਕੇ ਕੀ ਕਰਨਾ ਦੱਸਦੇ ਨੇ। 5 ਸਿੱਖ ਕੋ ਕਰੋ ਅਚਾਵਨ। ਉਹ ਜਿਹੜੇ 5 ਵਰਤਾਰੇ ਕੱਢਣੇ ਨੇ ਨਾ, 5 ਪ੍ਰਸ਼ਾਦ, 5 ਵੱਖਰੇ ਵੱਖਰੇ ਵਰਤਾਰੇ, ਉਹ 5 ਸਿੰਘਾਂ ਵਿੱਚ ਵੰਡਣੇ ਅੰਮ੍ਰਿਤਧਾਰੀਆਂ 'ਚ। 5 ਸਿੰਘਾਂ ਵਿੱਚ ਉਹ ਦੇਗ ਜਿਹੜੀ ਹੈ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ 'ਚ ਵਰਤਾਉਣੀ। ਆਮ ਕਰਕੇ ਕੀ ਕਰਦੇ ਅਸੀਂ ਵਿੱਚੇ ਹੀ ਮਿਲਾ ਦਿੰਦੇ ਆ ਕਿ ਚਲੋ ਸਾਰਿਆਂ ਨੂੰ, ਉਹ ਵਿੱਚ ਉਦੋਂ ਮਿਲਾਉਣੇ ਨੇ ਜਦੋਂ ਇਹ ਵੇਖੋ ਵੀ 5 ਸਿੰਘ ਹੈ ਨਹੀਂ ਅੰਮ੍ਰਿਤਧਾਰੀ। ਜੇ ਹਾਜ਼ਰ ਨੇ ਸੰਗਤ ਵਿੱਚ 5 ਸਿੰਘ ਅੰਮ੍ਰਿਤਧਾਰੀ ਤਾਂ ਫਿਰ ਉਹਨਾਂ 5 ਚੋਂ ਪ੍ਰਸ਼ਾਦ ਵੰਡਣਾ ਜ਼ਰੂਰੀ ਹੈ। ਮੰਨ ਲਓ ਜੇ ਕਈ ਵਾਰੀ ਐਸਾ ਸਬਬ ਹੁੰਦਾ ਵੀ ਨਹੀਂ ਹੁੰਦੇ 5, ਫਿਰ ਉਹ ਸਾਰੀ ਵਿੱਚ ਆਪਾਂ ਦੇਗ ਮਿਲਾ ਸਕਦੇ। ਨਹੀਂ ਤਾਂ ਮਹਾਰਾਜ ਜੀ ਦੱਸ ਰਹੇ ਨੇ ਮਰਿਆਦਾ ਕਿ 5 ਸਿੰਘਾਂ ਨੂੰ ਫਿਰ ਉਹ 5 ਵਰਤਾਰੇ ਜਿਹੜੇ ਨੇ ਉਹ ਦੇਣੇ ਹਨ। ਤਨ ਮਨ ਤੇ ਹੋਏ ਕੈ ਥਿਤ ਪਾਵਨ। ਤਨ ਕਰਕੇ ਔਰ ਮਨ ਕਰਕੇ ਪਵਿੱਤਰਤਾ ਰੱਖਣੀ ਹੈ। ਤਨ ਕਰਕੇ ਵੀ ਪਵਿੱਤਰਤਾ ਰੱਖਣੀ ਹੈ, ਮਨ ਕਰਕੇ ਵੀ ਪਵਿੱਤਰਤਾ ਰੱਖਣੀ ਹੈ। ਸਰੀਰ ਤਾਂ ਇਸ਼ਨਾਨ ਨਾਲ ਪਵਿੱਤਰ ਹੋ ਜਾਏਗਾ, ਮਨ ਸ਼ੁੱਧ ਵਿਚਾਰਾਂ ਦੇ ਨਾਲ ਪਵਿੱਤਰ ਹੁੰਦਾ। ਏਦਾਂ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਸਜਾਉਣੀ ਹੈ, ਜਪਜੀ ਸਾਹਿਬ ਦਾ ਪਾਠ ਕਰਨਾ, ਤਿੰਨ ਆਨੰਦ ਸਾਹਿਬ ਦੇ ਪਾਠ ਕਰਨੇ ਨੇ, ਜਦੋਂ ਦੇਗ ਵੰਡਣੀ ਹੈ ਉਸ ਵੇਲੇ ਮਨ ਵੀ ਪਵਿੱਤਰ ਹੋਵੇ, ਸ਼ੁੱਧ ਹੋਵੇ। ਰਹਿਤ ਅਰਦਾਸ ਭੇਵ ਜੋ ਜਾਣੈ। ਜਿਹੜਾ ਅਰਦਾਸ ਦੀ ਰਹਿਤ ਨੂੰ, ਅਰਦਾਸ ਦੇ ਭੇਦ ਨੂੰ ਜਾਣਦਾ ਹੈ, ਕਿਆ ਕਰ ਹੈ ਤਬ ਮੰਤਰ ਮਹਾਨੈ। ਉਹਨੂੰ ਫਿਰ ਵੱਡੇ ਮਹਾਨ ਮੰਤਰਾਂ ਦੀ ਲੋੜ ਨਹੀਂ ਰਹਿੰਦੀ। ਜਿਹਨੂੰ ਅਰਦਾਸ ਕਰਨੀ ਆ ਜਾਏ ਉਹਨੂੰ ਫਿਰ ਹੋਰ ਮੰਤਰ ਨਹੀਂ, ਜਿਵੇਂ ਕਹਿੰਦੇ ਜਿਹਨੂੰ ਆਹ ਮੰਤਰ ਆ ਗਿਆ ਉਹਨੂੰ ਫਿਰ ਹੋਰ ਮੰਤਰਾਂ ਦੀ ਲੋੜ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਹੜੇ ਅਰਦਾਸ ਦੀ ਇਸ ਰਹਿਤ ਨੂੰ, ਅਰਦਾਸ ਦੇ ਇਸ ਮਹਾ ਮੰਤਰ ਨੂੰ ਜਾਣ ਗਏ, ਉਹਨਾਂ ਨੂੰ ਫਿਰ ਹੋਰ ਕਿਸੇ ਵੱਡੇ ਮੰਤਰ ਦੀ ਲੋੜ ਨਹੀਂ ਰਹਿ ਜਾਂਦੀ। ਭਾਵ ਹੋਰ ਕਿਸੇ ਮੰਤਰ ਦੀ ਉਹਨਾਂ ਨੂੰ ਜ਼ਰੂਰਤ ਨਹੀਂ। ਦੋਹਰਾ ਰਹਿਤ ਅਰਦਾਸ ਜੇ ਜਾਣੀਐ, ਕਿਆ ਕਰੈ ਤਬ ਮੰਤ। ਜਿਹੜੇ ਅਰਦਾਸ ਦੀ ਰਹਿਤ ਨੂੰ ਜਾਣਦੇ ਨੇ ਵੀ ਅਰਦਾਸ ਕਿਵੇਂ ਕਰਨੀ ਹੈ, ਮਰਿਆਦਾ ਦਾ ਪਤਾ ਹੋਵੇ, ਜਿਨ੍ਹਾਂ ਨੂੰ ਅਰਦਾਸ ਦੀ ਵੀ ਮਰਿਆਦਾ ਹੈ ਨਾ, ਇੱਕ ਰਹਿਤ ਹੈ ਅਰਦਾਸ ਕਿਸ ਤਰੀਕੇ ਨਾਲ ਕਰਨੀ। ਜਿਹੜੇ ਅਰਦਾਸ ਦੀ ਰਹਿਤ ਨੂੰ ਜਾਣਦੇ ਨੇ ਉਹਨਾਂ ਨੂੰ ਫਿਰ ਹੋਰ ਕਿਸੇ ਮੰਤਰ ਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈ। ਨਹੀਂ ਤਾਂ ਆਮ ਕਰਕੇ ਦੁਨੀਆ ਦੇ ਕਈ ਕੰਮ ਕਰਨ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਇਹ ਕੰਮ ਕਰਨਾ ਤਾਂ ਆਹ ਮੰਤਰ ਪੜ੍ਹ ਕੇ ਇਹਨੂੰ ਸਿੱਧ ਕਰੋ। ਜੇ ਵਿਆਹ ਤੇ ਜਾਣਾ, ਵਿਆਹ ਸੁਧਾਣਾ ਤਾਂ ਉਹਦੇ ਲਈ ਆਹ ਮੰਤਰ ਪੜ੍ਹੋ। ਜੇ ਯਾਤਰਾ ਤੇ ਜਾਣਾ ਤੇ ਆਹ ਮੰਤਰ ਪੜ੍ਹੋ। ਬੱਚੇ ਦਾ ਜਨਮ ਹੋਣਾ ਤਾਂ ਉਹਦੇ ਵੇਲੇ ਆਹ ਮੰਤਰ ਪੜ੍ਹੋ। ਜਦੋਂ ਬੱਚੇ ਦਾ ਨਾਮਕਰਨ ਕਰਨਾ ਉਦੋਂ ਆਹ ਮੰਤਰ ਪੜ੍ਹੋ। ਦੱਸਦੇ ਨੇ ਨਾ ਮਹਾਰਾਜ ਜੀ, ਕਹਿੰਦੇ ਭਾਈ ਜਿਹਨੂੰ ਅਰਦਾਸ ਦੀ ਮਰਿਆਦਾ ਦਾ ਪਤਾ ਲੱਗ ਗਿਆ ਉਹਨੂੰ ਫਿਰ ਹੋਰ ਮੰਤਰਾਂ ਦੀ ਲੋੜ ਨਹੀਂ ਪੈਂਦੀ ਵੱਖੋ ਵੱਖਰਿਆਂ ਦੀ। ਅਰਦਾਸ ਹੀ ਇੱਕ ਐਸਾ ਮਹਾ ਮੰਤਰ ਹੈ ਜਿਹਦੇ ਵਿੱਚ ਦੁਨੀਆ ਦੇ ਸਾਰੇ ਹੀ ਮੰਤਰ ਆ ਕੇ ਮਿਲ ਜਾਂਦੇ ਨੇ। ਇਸ ਕਰਕੇ ਜਿਹੜੇ ਅਰਦਾਸ ਦੀ ਰਹਿਤ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਫਿਰ ਕਿਸੇ ਹੋਰ ਮੰਤਰ ਦੀ ਜ਼ਰੂਰਤ ਨਹੀਂ। ਜਪ ਪ੍ਰਯੋਗ ਅਰ ਸਿੱਧਤਾ, ਸਿੱਖ ਅਰਦਾਸ ਸਿੱਧ ਸੰਤ। ਕਹਿੰਦੇ ਜਦੋਂ ਜਪਜੀ ਦੀ ਬਾਣੀ ਦਾ ਪ੍ਰਯੋਗ ਹੋ ਗਿਆ ਨਾ, ਜਿਵੇਂ ਮੰਤਰਾਂ ਦਾ ਨਾ ਪ੍ਰਯੋਗ ਕਰਦੇ ਆ ਵੀ ਇਹ ਮੰਤਰ ਹੁਣ ਗਣੇਸ਼ ਜੀ ਦਾ ਪੜ੍ਹ ਕੇ ਦਾ ਪ੍ਰਯੋਗ ਕੀਤਾ, ਇਹਨੂੰ ਸਿੱਧ ਕੀਤਾ, ਜਾਂ ਇਹ ਲక్ష్ਮੀ ਜੀ ਦਾ ਮੰਤਰ ਪੜਿਆ, ਜਾਂ ਇਹ ਫਲਾਣੇ ਦੇਵਤੇ ਦਾ, ਇਹ ਫਲਾਣੀ ਦੇਵੀ ਦਾ। ਕਹਿੰਦੇ ਜਦੋਂ ਜਪਜੀ ਦਾ ਪ੍ਰਯੋਗ ਹੋ ਗਿਆ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਕੋਲ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰ ਦਿੱਤਾ, ਉੱਥੇ ਫਿਰ ਦੁਨੀਆ ਦਾ ਕੋਈ ਵੀ ਮੰਤਰ ਨਹੀਂ ਚਾਹੀਦਾ।
ਕਿਉਂਕਿ ਸਾਰੇ ਮੰਤਰਾਂ ਦਾ ਸਿਰਮੌਰ ਮਾਲਾ ਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਠ ਹੋ ਗਿਆ। ਫਿਰ ਹੋਰ ਕਿਸੇ ਦੇਵੀ ਦੇਵਤੇ ਨੂੰ ਮਨਾਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਜਿੱਥੇ ਜਪਜੀ ਦੀ ਬਾਣੀ ਦਾ ਪ੍ਰਯੋਗ ਹੋ ਗਿਆ, ਇਸ ਜਪ ਬਾਣੀ ਦੇ ਮੰਤਰ ਦਾ ਪ੍ਰਯੋਗ ਹੋ ਗਿਆ, ਸਿੱਧਤਾ ਹੋ ਗਈ, ਤਾਂ ਉਸ ਵੇਲੇ ਜਿਹੜੀ ਸਿੱਖ ਦੀ ਅਰਦਾਸ ਹੈ ਉਹ ਸਿੱਧ ਹੋ ਜਾਂਦੀ ਹੈ। ਯਾਨੀ ਕਿ ਸਿੱਖ ਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਸਿੱਖ ਵਣਜ ਗੁਰ ਧਰਮ ਕੋ ਸਤਿਗੁਰ ਦੇਵੈ ਲਾਭ। ਜਿਹੜਾ ਸਿੱਖ ਧਰਮ ਦੀ ਕਿਰਤ ਕਰਕੇ ਵਣਜ ਕਰਦਾ ਹੈ, ਧਰਮ ਦਾ ਵਪਾਰ ਕਰੇ, ਇਹ ਨਹੀਂ ਠੱਗੀਆਂ ਨਾ ਕਰੇ ਵਪਾਰ ਵਿੱਚ। ਸਤਿਗੁਰੂ ਜੀ ਦੱਸ ਰਹੇ ਨੇ, ਕਿਉਂਕਿ ਇਹ ਵਪਾਰ ਕਰਦੇ ਸੀ ਨਾ, ਬਣੀਏ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਧਰਮ ਦਾ ਵਪਾਰ ਕਰੇ। ਧਰਮ ਦਾ ਵਪਾਰ ਮਤਲਬ, ਧਰਮ ਦੇ ਵਪਾਰ ਦਾ ਕੀ ਮਤਲਬ ਹੈ? ਧਰਮ ਦੇ ਵਪਾਰ ਦਾ ਮਤਲਬ ਹੈ ਜਿਹੜੀ ਚੀਜ਼ ਕਿਸੇ ਨੂੰ ਵੇਚ ਰਹੇ ਹੋ ਜਾਂ ਖਰੀਦ ਰਹੇ ਹੋ, ਉਸ ਵੇਲੇ ਕੋਈ ਠੱਗੀ ਦੀ ਬਿਰਤੀ ਨਾ ਹੋਵੇ ਵੀ ਮੈਂ ਇਹਨੂੰ ਵੇਚ ਰਿਹਾ, ਇਹ ਚੀਜ਼ ਉਦਾਂ ਤਾਂ ਇਹਦਾ ਕੋਈ ਮੁੱਲ ਨਹੀਂ, ਪਰ ਮੈਂ ਮੁੱਲ ਖੱਟ ਰਿਹਾ, ਮੈਂ ਕਮਾਈ ਕਰ ਰਿਹਾ। ਉਹਨੂੰ ਕਹਿੰਦੇ ਆ ਖੋਟਾ ਵਪਾਰ। ਝੂਠ ਬੋਲ ਕੇ ਕਿਸੇ ਨੂੰ ਗਲਤ ਚੀਜ਼ ਵੇਚ ਦੇਣੀ, ਇਹ ਖੋਟਾ ਵਪਾਰ। ਕਿਸੇ ਨੂੰ ਕੋਈ ਚੀਜ਼ ਵੇਚਣੀ, ਉਹਦੀ ਕਮੀ ਪਹਿਲਾਂ ਦੱਸ ਦਿਓ, ਭਾਈ ਇਹਦੇ 'ਚ ਆ ਵੀ ਕਮੀ ਹੈ। ਲੁਕਾ ਛਿਪ ਅੱਜ ਕੱਲ੍ਹ ਤਾਂ ਜਿੰਨੇ ਵਪਾਰ ਹੁੰਦੇ ਆ ਤਕਰੀਬਨ ਕੁੱਲ ਮਿਲਾ ਕਰਕੇ, ਜੇ ਕੋਈ ਅਣਭੋਲ ਵਿਅਕਤੀ ਉਹ ਚੀਜ਼ ਖਰੀਦਣ ਜਾਵੇ ਤਾਂ ਹੋਰ ਹੀ ਕੁਝ ਖਰੀਦ ਕੇ ਲੈ ਆਉਂਦਾ, ਉਹਨੂੰ ਜੇ ਨਾ ਬੋਧ ਹੋਵੇ ਤਾਂ। ਯਤਨ ਇਹ ਹੁੰਦਾ ਵੀ ਕਿਵੇਂ ਚੇਪੀ ਜਾਏ ਚੀਜ਼ ਫਲਾਣੇ ਨੂੰ, ਇਹ ਖੋਟਾ ਵਪਾਰ ਹੈ। ਮਹਾਰਾਜ ਜੀ ਕਹਿੰਦੇ ਜਦੋਂ ਸਿੱਖ ਧਰਮ ਦਾ ਵਪਾਰ ਕਰਦਾ ਨਾ, ਵੀ ਜਿੰਨੇ ਦੀ ਲਈ ਹੈ ਉਹਦੇ ਵਿੱਚ ਆਪਣਾ ਜਿਹੜਾ ਮਾਰਜਨ ਰੱਖ ਕੇ ਵੀ ਇੰਨੇ ਕੁ ਮੇਰੇ ਨਾਲ ਮੈਨੂੰ ਬਣਦਾ ਸਰਦਾ, ਇੰਨੇ ਕੁ ਨਾਲ ਮੇਰਾ ਖਰਚਾ ਪੂਰਾ ਹੁੰਦਾ ਹੈ, ਉਹਨੂੰ ਵੇਚ ਦੇਵੇ ਜਾਂ ਖਰੀਦ ਲਵੇ। ਕਹਿੰਦੇ ਜਦੋਂ ਇਦਾਂ ਦਾ ਵਪਾਰ ਕਰਦਾ ਸਿੱਖ, ਤੇ ਫਿਰ ਉਹਦੇ ਵਪਾਰ ਵਿੱਚ ਗੁਰੂ ਸਾਹਿਬ ਵਾਧੇ ਪਾਉਂਦੇ, ਉਹਦੇ ਵਪਾਰ ਵਿੱਚ ਸਤਿਗੁਰੂ ਜੀ ਬਰਕਤਾਂ ਪਾਉਂਦੇ ਆ। ਸਿੱਖ ਵਣਜ ਗੁਰ ਧਰਮ ਕੇ ਸਤਿਗੁਰ ਦੇਵੈ ਲਾਭ। ਮਹਾਰਾਜ ਫਿਰ ਵੱਡਾ ਲਾਭ ਦਿੰਦੇ ਸਿੱਖ ਨੂੰ, ਉਹਨੂੰ ਮੁਨਾਫਾ ਹੀ ਮੁਨਾਫਾ ਹਾਸਲ ਹੁੰਦਾ ਹੈ। ਬੋਲ ਬੁਲਾਵੇ ਸੰਗਤੀ ਦੇ ਕਰਾ ਕੀ ਸਾਂਭ। ਜਦੋਂ ਸਿੱਖ ਨੂੰ ਵਪਾਰ ਕਰਕੇ ਲਾਭ ਮਿਲੇ ਤਾਂ ਫਿਰ ਸਿੱਖ ਨੂੰ ਕੀ ਕਰਨਾ ਚਾਹੀਦਾ? ਕਹਿੰਦੇ ਸੰਗਤ ਨੂੰ ਸੱਦ ਕੇ ਨਾ ਉਹਨਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਛਕਾਵੇ। ਮੰਨ ਲਓ ਕਿਸੇ ਨੇ ਵਪਾਰ ਕੀਤਾ, ਚੰਗਾ ਮੁਨਾਫਾ ਮਿਲ ਗਿਆ, ਤੇ ਫਿਰ ਉਸ ਮੁਨਾਫੇ ਦੀ ਮਾਇਆ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਿੱਖਾਂ ਨੂੰ ਸੱਦ ਕੇ, ਸੰਗਤ ਨੂੰ ਸੱਦ ਕੇ ਉਹਨਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਛਕਾਵੇ। ਸੁਨ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ। ਭਾਈ ਬਿਸੰਬਰ ਦਾਸ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਭਾਈ ਬਿਸੰਬਰ ਦਾਸ ਜੀ ਬੋਲੇ, ਮਹਾਰਾਜ ਜਿਹੜਾ ਸਾਡਾ ਦੇਸ਼ ਹੈ ਉਜੈਨ ਦੱਖਣ ਦਿਸ਼ਾ ਵਿੱਚ ਬੜਾ ਕਠਨ ਹੈ, ਉੱਥੇ ਸਿੱਖ ਮਿਲਦੇ ਨਹੀਂ ਬਹੁਤੇ। ਜਿਵੇਂ ਆਪ ਜੀ ਨੇ ਵੀ ਪਹਿਲਾਂ ਕਿਹਾ, ਮਹਾਰਾਜ ਬਹੁਤ ਘੱਟ ਸਿੱਖ ਹਨ, ਵਿਰਲੇ ਸਿੱਖ ਹਨ। ਸਭ ਅਰਦਾਸ ਕੋ ਭੇਵ ਕਹੋ ਜੋ ਸਿੱਖਨ ਸੁਖ ਸਦਨ। ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਅਰਦਾਸ ਦੇ ਸਾਰੇ ਭੇਦ ਦੱਸੋ ਵੀ ਕਿਸ ਕਿਸ ਸਮੇਂ ਕੀ ਅਰਦਾਸ ਹੋਣੀ ਚਾਹੀਦੀ ਹੈ। ਅਰਦਾਸ ਦੇ ਸਾਰੇ ਭੇਦ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ, ਜਿਹਦੇ ਨਾਲ ਸਿੱਖਾਂ ਦੇ ਘਰ ਵਿੱਚ ਸੁੱਖ ਵਰਤੇ, ਸਿੱਖਾਂ ਦੇ ਘਰ ਵਿੱਚ ਸੁੱਖ ਦੀ ਪ੍ਰਾਪਤੀ ਹੋਵੇ। ਐਸਾ ਮਹਾਰਾਜ ਜੀ ਦਇਆ ਕਰਕੇ ਅਰਦਾਸ ਦੇ ਭੇਤ ਦੱਸੋ। ਸਤਿਗੁਰ ਬੋਲੇ ਸਿੱਖ ਸੁਨ ਕਰੋ ਕੜਾ ਪ੍ਰਸ਼ਾਦ। ਸਤਿਗੁਰੂ ਜੀ ਬੋਲੇ, ਭਾਈ ਬਿਸੰਬਰ ਦਾਸ ਜੀ ਸੁਣੋ, ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਹੋਏ ਨਾ ਆਏ ਜੇ ਸਿੱਖ ਤੇ ਗੁਣ ਦਾਣਾ ਫਲ ਆਦ। ਕਹਿੰਦੇ ਦੇਗ ਵਰਤਾਓ ਸਿੱਖਾਂ ਵਿੱਚ, ਸੰਗਤ ਵਿੱਚ ਵਰਤਾ ਦਿਓ। ਸਿੱਖ ਨਾ ਹੋਣ ਉੱਥੇ ਹੋਰ ਮਾਈ ਭਾਈ ਹੋਣ, ਉਹਨਾਂ 'ਚ ਵੰਡ ਦਿਓ। ਹਾਂ, ਜੇ ਕਿਤੇ ਐਸਾ ਸਬਬ ਬਣੇ ਕਿ ਸਿੱਖ ਦੇ ਘਰ ਵਿੱਚ ਇੰਨੀ ਗਰੀਬੀ ਹੋਵੇ ਵੀ ਦੇਗ ਤਿਆਰ ਹੀ ਨਾ ਕਰ ਸਕੇ। ਦੇਸੀ ਘਿਓ ਖਰੀਦਣਾ ਕਿਹੜਾ ਕਿਸੇ ਉਸ ਵੇਲੇ ਹਰ ਇੱਕ ਦੇ ਵੱਸ ਸੀ,
ਵੀ ਦੇਗ ਨਾ ਤਿਆਰ ਕਰ ਸਕੇ ਫਿਰ ਕੀ ਕਰੇ? ਮਹਾਰਾਜ ਕਹਿੰਦੇ ਗੁੜ ਹੋਵੇਗਾ ਘਰ, ਗੁੜ ਰੱਖ ਕੇ ਅਰਦਾਸ ਕਰਕੇ ਵੰਡ ਦੇਵੇ। ਜੇ ਮੰਨ ਲਓ ਗੁੜ ਵੀ ਨਹੀਂ ਹੈ, ਘਰ 'ਚ ਦਾਣੇ ਪਏ ਹੋਣਗੇ, ਛੋਲਿਆਂ ਦੇ ਦਾਣੇ ਪਏ ਹੋਣ, ਇਦਾਂ ਦੀ ਕੋਈ ਵਸਤੂ ਪਈ ਹੋਵੇ, ਉਹ ਰੱਖ ਕੇ ਫਿਰ ਅਰਦਾਸ ਕਰਕੇ ਉਹ ਵੰਡ ਦੇਵੇ। ਮਹਾਰਾਜ ਜ਼ਰੂਰੀ ਨਹੀਂ ਪਾਤਸ਼ਾਹ ਕਹਿੰਦੇ ਵੀ ਦੇਗ ਹੀ, ਕਿਉਂਕਿ ਦੇਗ ਤਾਂ ਹਰ ਇੱਕ ਨਹੀਂ ਤਿਆਰ ਕਰ, ਜਿਹਦੇ ਕੋਲ ਮਾਇਆ ਹੋਏਗੀ ਉਹ ਤਾਂ ਕਰ ਲਏਗਾ। ਹੁਣ ਜੇ ਕਿਤੇ ਐਸਾ ਆਲਮ ਵੀ ਹੋਵੇ, ਕਿਉਂਕਿ ਗਰੀਬੀ ਬਹੁਤ ਸੀ, ਕੋਈ ਦੇਗ ਨਹੀਂ ਤਿਆਰ ਕਰ ਸਕਦਾ, ਘਰ ਦੇ ਵਿੱਚ ਘਿਓ ਨਹੀਂ ਹੋ ਸਕਦਾ, ਤੇ ਘਿਓ ਨਾ ਹੋਵੇ, ਘਿਓ ਬਿਨਾਂ ਦੇਗ ਕਿਵੇਂ ਬਣੇਗੀ? ਫਿਰ ਉਹਦੇ ਲਈ ਮਹਾਰਾਜ ਕਹਿੰਦੇ ਗੁੜ ਦੀ ਇੱਕ ਛੋਟੀ ਜਿਹੀ ਭੇਲੀ ਰੱਖ ਕੇ ਹੀ ਅਰਦਾਸ ਕਰ ਦੇਵੇ। ਉਹ ਵੀ ਨਾ ਹੋਵੇ ਤੇ ਦਾਣੇ ਤਾਂ ਹੋਣਗੇ ਹੀ ਨਾ, ਛੋਲਿਆਂ ਦੇ ਦਾਣੇ ਹੋਣ, ਉਹ ਨਹੀਂ ਤੇ ਘੱਟੋ ਘੱਟ ਕੋਈ ਵੀ ਦਾਣੇ ਹੋਣ ਘਰ ਵਿੱਚ ਪਏ, ਉਹ ਰੱਖ ਕੇ ਉਹਦੀ ਅਰਦਾਸ ਕਰ ਦੇਵੇ। ਮਹਾਰਾਜ ਜੀ ਕਹਿੰਦੇ ਉਹ ਵੀ ਪ੍ਰਵਾਨ ਹੈ। ਜੇ ਉਹ ਗੁੜ ਵੀ ਦੇਗਾ ਤੇ ਉਹਦਾ ਗੁੜ ਵੀ ਕੜਾਹ ਪ੍ਰਸ਼ਾਦ ਵਾਂਗੂ ਹੀ ਗੁਰੂ ਸਾਹਿਬ ਪ੍ਰਵਾਨ ਕਰ ਲੈਣਗੇ। ਕਿਉਂਕਿ ਇੱਥੇ ਤਾਂ ਪ੍ਰੇਮ ਸਹਿਤ ਕੋਈ ਕੌਡੀ ਵੀ ਅਰਪਣ ਕਰੇ ਤੇ ਉਹਨੂੰ ਵੀ ਗੁਰੂ ਸਾਹਿਬ ਜੀ ਬੇਅੰਤ ਸਮਝ ਕੇ ਪ੍ਰਵਾਨ ਕਰਦੇ ਹੈ। ਹਾਂਜੀ, ਸੁੱਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ। ਕਹਿੰਦੇ ਫਿਰ ਉਹ ਜਿਹੜੀ ਦੇਗ ਹੋਵੇ, ਚਾਹੇ ਉਹ ਗੁੜ ਦੀ ਭੇਲੀ ਹੋਵੇ, ਦਾਣੇ ਪਏ, ਉਹ ਅਰਦਾਸ ਕਰਨ ਤੋਂ ਬਾਅਦ ਪਵਿੱਤਰਤਾ ਦੇ ਨਾਲ ਉਹ ਕਿਸੇ ਸਾਧੂ ਨੂੰ ਛਕਾ ਦੇਵੇ। ਕਿਸੇ ਨਾਮ ਜਪਣ ਵਾਲੇ, ਜੇ ਸਿੱਖ ਨਾ ਮਿਲੇ ਕੋਈ ਨਾ ਕੋਈ ਸਾਧੂ ਤਾਂ ਹੋਵੇਗਾ, ਸਾਧੂ ਕੋਈ ਮਹਾਤਮਾ ਇੱਧਰ ਉੱਧਰ, ਸਿੱਖ ਹੋਵੇ ਸਿੱਖ ਨੂੰ ਛਕਾ ਦੇਵੇ। ਜਿਵੇਂ ਉਜੈਨਪੁਰੀ ਦੇ ਵਿੱਚ ਸਿੱਖ ਨਹੀਂ ਸੀ ਉਦੋਂ, ਕਹਿੰਦੇ ਫਿਰ ਕੀ ਕਰਾਂ? ਕਹਿੰਦੇ ਉਜੈਨ ਤੀਰਥ ਆ, ਉੱਥੇ ਕੋਈ ਨਾ ਕੋਈ ਸਾਧੂ ਹੋਵੇਗਾ, ਉਹਨੂੰ ਛਕਾ ਦੇਈ। ਉਹ ਛਕ ਕੇ ਫਿਰ ਸਾਰਾ ਦਿਨ ਪਰਮੇਸ਼ਰ ਦਾ ਭਜਨ ਕਰੇਗਾ। ਛਕਾਣਾ ਕਿਹਨੂੰ ਹੈ? ਜਿਹੜਾ ਭਜਨ ਕਰੇ ਪਰਮੇਸ਼ਰ ਦਾ, ਉਹਨੂੰ ਛਕਾਉਣਾ। ਜਿਹਨੇ ਪਾਸੇ ਹੀ ਭੰਨਣੇ ਆਪਣੇ ਸਰੀਰ ਦੇ ਜਾ ਕੇ, ਇਹੋ ਜਿਹਾ ਨੂੰ ਛਕਾਣ ਦਾ ਕੀ ਲਾਭ? ਕਹਿੰਦੇ ਭਾਈ ਕਿਸੇ ਮਹਾਂਪੁਰਸ਼ ਨੂੰ, ਕਿਸੇ ਗੁਰਸਿੱਖ ਨੂੰ, ਕਿਸੇ ਸਾਧੂ ਨੂੰ ਛਕਾਓਗੇ, ਉਹ ਤੁਹਾਡਾ ਖਾਧਾ ਹੋਇਆ ਅੰਨ, ਜਿਹੜਾ ਤੁਹਾਡੇ ਘਰ ਦਾ ਖਾਧਾ ਪ੍ਰਸ਼ਾਦ, ਉਹ ਛਕ ਕੇ ਭਜਨ ਕਰੇਗਾ, ਤੁਹਾਨੂੰ ਵੀ ਲਾਭ ਮਿਲੇਗਾ। ਜਿੰਨਾ ਚਿਰ ਉਹਦੇ ਸਰੀਰ ਵਿੱਚ ਉਹ ਰਹੇਗਾ, ਉਹ ਭਜਨ ਕਰੇਗਾ ਨਾ, ਤੇ ਉਹਦੀ ਜਿਹੜੀ ਭਜਨ ਦੀ ਅੰਸ਼ ਹੈ, ਉਹਦੇ ਭਜਨ ਦਾ ਜਿਹੜਾ ਪ੍ਰਤਾਪ ਅੰਸ਼ ਹੈ, ਉਹ ਜਿਹਦੇ ਘਰੋਂ ਨੇ ਛਕਿਆ ਉਹਨੂੰ ਵੀ ਮਿਲੇਗਾ। ਮਹਾਤਮਾ ਬੁੱਧ ਇੱਕ ਵਾਰ ਕਿਉਂ ਭਿਕਸ਼ਾ ਲੈਂਦੇ ਸੀ, ਭਿਕਸ਼ੂ ਸੀ। ਇੱਕ ਜ਼ਿਮੀਂਦਾਰ ਦੇ ਕੋਲ ਆ ਕੇ ਉਹਨਾਂ ਨੇ ਆਖਿਆ ਭਿਕਸ਼ਾਮ ਦੇ, ਬੁੱਧੰ ਸ਼ਰਣੰ ਗੱਛਾਮੀ। ਜ਼ਿਮੀਂਦਾਰ ਅਗੋ ਅਖੜ ਸੁਭਾਅ ਵਾਲਾ, ਕਹਿੰਦਾ ਵਿਹਲੇ ਸਾਧ ਟੁਰੇ ਫਿਰਦੇ, ਹੱਥ ਪੈਰ ਟੁੱਟੇ ਨੇ ਤੇਰੇ, ਮੰਗ ਕੇ ਖਾਣਾ। ਉਹਦੇ ਕਈ ਗਾਲਾਂ ਕੱਢੀਆਂ, ਬੜੇ ਬੜੇ ਬੋਲ ਕਬੋਲ ਬੋਲੇ। ਮਹਾਤਮਾ ਬੁੱਧ ਖਲੋਤੇ, ਉਹ ਬੁੱਧ ਸਨ, ਚੁੱਪਚਾਪ ਸੁਣਦੇ ਰਹੇ ਤੇ ਮੁਸਕਰਾਉਂਦੇ ਰਹੇ। ਉਹ ਜ਼ਿਮੀਂਦਾਰ ਬੜਾ ਹੈਰਾਨ ਹੋਇਆ ਵੀ ਇਹ ਬੰਦਾ ਕਿੱਦਾਂ ਦਾ, ਵੀ ਮੈਂ ਇੰਨੀਆਂ ਗਾਲਾਂ ਕੱਢੀਆਂ, ਇਹਨੂੰ ਬੁਰੇ ਭਲੇ ਬੋਲ ਬੋਲੇ ਨੇ, ਇਹ ਗੁੱਸਾ ਹੀ ਨਹੀਂ ਕਰਦਾ, ਐਨ ਮੁਸਕਰਾ ਰਿਹਾ। ਉਹਨੇ ਆਖਿਆ ਵੀ ਕੀ ਗੱਲ? ਉਹ ਕਹਿਣ ਲੱਗਾ ਮਹਾਰਾਜ ਪ੍ਰਸ਼ਾਦਾ ਤੁਹਾਡੇ ਹੱਥ ਵਿੱਚ ਹੈ। ਪ੍ਰਸ਼ਾਦਾ ਵੀ ਲਿਆਇਆ ਸੀ ਨਾਲ, ਨਾਲੇ ਬੋਲੀ ਵੀ ਜਾਂਦਾ ਸੀ। ਕਹਿੰਦਾ ਇਹ ਤੁਹਾਡੇ ਹੱਥ ਵਿੱਚ ਹੈ। ਕਿਹਦਾ? ਕਹਿੰਦਾ ਮੇਰਾ ਹੈ। ਕਹਿੰਦੇ ਜਦੋਂ ਤੂੰ ਮੈਨੂੰ ਦੇ ਦੇਗਾ ਮੇਰੇ ਹੱਥਾਂ ਵਿੱਚ, ਫਿਰ ਕਿਹਦਾ? ਕਹਿੰਦੇ ਫਿਰ ਤੁਹਾਡਾ ਹੋ ਜਾਏਗਾ। ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਗਾਲਾਂ ਤੂੰ ਕੱਢੀਆਂ ਨੇ, ਜਦੋਂ ਤੱਕ ਤੇਰੇ ਕੋਲ ਹੀ ਨੇ ਉਦੋਂ ਤੱਕ ਤੇਰੀਆਂ ਹੀ ਨੇ, ਮੈਂ ਤਾਂ ਲਈਆਂ ਹੀ ਨਹੀਂ। ਮੈਂ ਲਵਾਂਗਾ ਤੇ ਮੇਰੀਆਂ ਹੋਣਗੀਆਂ ਨਾ, ਮੈਂ ਤਾਂ ਗ੍ਰਹਿਣ ਹੀ ਨਹੀਂ ਕੀਤੀਆਂ। ਜੋ ਮਰਜ਼ੀ ਆਖੀ ਚੱਲ, ਮੈਂ ਤਾਂ ਇਹ ਗ੍ਰਹਿਣ ਹੀ ਨਹੀਂ ਕੀਤੀਆਂ। ਉਹ ਬੜਾ ਹੈਰਾਨ ਹੋਇਆ ਵੀ ਵਾਕਈ ਕੋਈ ਗੱਲ ਹੈ। ਮਹਾਤਮਾ ਬੁੱਧ ਨੂੰ ਬਿਠਾ ਕੇ ਨਾ ਆਪਣੇ ਸਾਹਮਣੇ ਤੇ ਪ੍ਰਸ਼ਾਦਾ ਛਕਾ ਕੇ ਰੱਖ ਕੇ ਕਹਿੰਦਾ ਸੰਤ ਜੀ ਵੇਖ ਲਓ ਵੀ ਮੈਂ ਤਾਂ ਇਹ ਪ੍ਰਸ਼ਾਦਾ ਪੈਦਾ ਕਰਨ ਲਈ, ਅੰਨ ਪੈਦਾ ਕਰਨ ਲਈ ਜ਼ਮੀਨ ਦਾ ਸੀਨਾ ਪਾੜਿਆ, ਹਲ ਵਾਹੇ ਨੇ, ਕਰੜੀ ਜ਼ਮੀਨ ਵਾਹ ਕੇ ਮਿਹਨਤ ਕਰਕੇ ਤਾਂ ਇਹ ਤੁਸੀਂ ਵਿਹਲੇ ਆ ਕੇ ਖਾਣ ਲੱਗ ਪਏ। ਉਹ ਕਹਿਣ ਲੱਗੇ ਮਹਾਤਮਾ ਬੁੱਧ ਅੱਗੋਂ, ਕਹਿੰਦੇ ਇਹ ਭਾਈ ਜ਼ਮੀਨ ਤੂੰ ਵੀ ਵਾਹੀ ਹੈ ਤੇ ਜ਼ਮੀਨ ਮੈਂ ਵੀ ਵਾਹੀ ਹੈ, ਫਰਕ ਇੰਨਾ ਕਿ ਤੂੰ ਆ ਧਰਤੀ ਵਾਹੀ ਹੈ ਤੇ ਮੈਂ ਜਿਹੜੀ ਜ਼ਮੀਨ ਵਾਹੀ ਹੈ ਉਹ ਬੜੀ ਕਰੜੀ ਤੇ
ਪੱਥਰ ਦੀ ਜ਼ਮੀਨ ਸੀ। ਉਸ ਪੱਥਰੀਲੀ ਜ਼ਮੀਨ ਨੂੰ ਵਾਹ ਕੇ ਉਹਦੇ ਵਿੱਚ ਨਾਮ ਦਾ ਬੀਜ ਬੀਜ ਕੇ ਉਸ ਫਸਲ ਨੂੰ ਪੈਦਾ ਕੀਤਾ ਹੈ। ਤੇਰੀ ਇਸ ਫਸਲ ਦੇ ਬਦਲੇ ਮੈਂ ਆਪਣੀ ਕੁਝ ਫਸਲ ਦਾ ਅੰਸ਼ ਤੈਨੂੰ ਦੇ ਕੇ ਜਾਣਾ। ਇਸ ਕਰਕੇ ਨਾ ਤੂੰ ਮੈਨੂੰ ਕੁਝ ਦਿੱਤਾ ਨਾ ਮੈਂ ਤੈਨੂੰ ਕੁਝ ਦਿੱਤਾ, ਆਦਾਨ ਪ੍ਰਦਾਨ ਹੋ ਰਿਹਾ ਹੈ। ਤੇਰੀ ਇਸ ਫਸਲ ਦੇ ਬਦਲੇ ਜਿਹੜੀ ਫਸਲ ਮੈਂ ਤੈਨੂੰ ਦੇਣੀ ਹੈ ਉਹਦੇ ਨਾਲ ਤੇਰਾ ਲੋਕ ਪਰਲੋਕ ਸਵਰਨਾ, ਤੇਰੀ ਜ਼ਿੰਦਗੀ ਸਫਲ ਹੋਣੀ, ਤੂੰ ਬੁੱਧ ਨੂੰ ਪ੍ਰਾਪਤ ਹੋਣਾ। ਤੋ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਦੋਂ ਤੁਸੀਂ ਪ੍ਰਸ਼ਾਦ ਛਕਾਓਗੇ ਤੇ ਉਹ ਸਾਰਾ ਦਿਨ ਬਹਿ ਕੇ ਜਿਹੜਾ ਭਜਨ ਕਰੇਗਾ, ਤੁਹਾਡਾ ਪ੍ਰਸ਼ਾਦ ਛਕ ਕੇ ਰੱਬ ਰੱਬ ਕਰੇਗਾ, ਤਾਂ ਉਸ ਦੇ ਉਸ ਭਜਨ ਦੀ ਅੰਸ਼ ਜਿਹੜੀ ਹੈ ਬਿਸੰਬਰ ਦਾਸ ਜੀ ਉਹ ਤੁਹਾਨੂੰ ਵੀ ਮਿਲੇਗੀ। ਤੇ ਵੇਖੋ ਕਿੰਨਾ ਲਾਭ ਹੋਇਆ ਫਿਰ। ਹਾਂਜੀ, ਨਾਮ ਪ੍ਰਤਾਪ ਤੇ ਕਾਜ ਸਰੇ, ਸੁਣ ਅਰਦਾਸ ਕਲਾਪ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨਾਲ ਸਾਰੇ ਕਾਰਜ ਸਿੱਧ ਹੁੰਦੇ ਐ। ਤੇ ਹੇ ਬਿਸੰਬਰ ਦਾਸ ਜੀ, ਹੁਣ ਤੁਸੀਂ ਸਾਰੀਆਂ ਅਰਦਾਸਾਂ ਬਾਰੇ ਸੁਣੋ। ਕਲਾਪ ਦਾ ਮਤਲਬ ਸਾਰੀਆਂ ਅਰਦਾਸਾਂ, ਉਹ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ, ਸੁਣੋ। ਧਰਮ ਬੀਜ ਆਖੰਡ ਬ੍ਰਿਧ, ਸਫਲ ਪੂਰ ਏ ਤੀਨ। ਇਹ ਤਿੰਨ ਅਰਦਾਸਾਂ ਪਹਿਲੀਆਂ ਮੁੱਢਲੀਆਂ ਕਿਹੜੀਆਂ? ਧਰਮ ਬੀਰਜ। ਜਿਸ ਵੇਲੇ ਦੰਪਤੀ ਨੇ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਹੋਣਾ ਤੇ ਪੁਰਸ਼ ਨੇ ਇਸਤਰੀ ਦੇ ਨਾਲ ਸੰਬੰਧ ਬਣਾਉਣਾ, ਉਸ ਵੇਲੇ ਹਿਰਦੇ ਵਿੱਚ ਜਿਹੜੀ ਇੱਛਾ ਹੁੰਦੀ ਆ ਉਹ ਸੰਤਾਨ ਦੀ ਉਤਪਤੀ ਦੀ ਹੁੰਦੀ ਹੈ। ਪਸ਼ੂ ਬਿਰਤੀ ਵਾਲਾ ਗ੍ਰਸਥ ਨਹੀਂ ਹੁੰਦਾ ਸਿੱਖ ਦਾ, ਪਸ਼ੂ ਬਿਰਤੀ ਨਹੀਂ। ਉਹ ਜੋ ਗ੍ਰਸਥ ਹੈ ਉਹ ਕੇਵਲ ਸੰਤਾਨ ਦੀ ਉਤਪਤੀ ਵਾਸਤੇ ਹੁੰਦਾ। ਤੋ ਸੰਤਾਨ ਦੀ ਉਤਪਤੀ ਤੋਂ ਪਹਿਲਾਂ ਬੀਰਜ ਦਾਨ ਕਰਨ ਵੇਲੇ ਅਰਦਾਸ ਕਰੇ ਵਾਹਿਗੁਰੂ ਅੱਗੇ, ਪਹਿਲਾਂ ਗ੍ਰਸਥ ਤੋਂ ਪਹਿਲਾਂ, ਹੇ ਵਾਹਿਗੁਰੂ ਘਰ ਵਿੱਚ ਜਿਹੜੀ ਸੰਤਾਨ ਆਵੇ ਉਹ ਆਪ ਜੀ ਦੇ ਭਜਨ ਵਾਲੀ ਆਵੇ, ਤੁਹਾਡੀ ਆਰਾਧਨਾ ਵਾਲੀ ਆਵੇ, ਫਿਰ ਉਹ ਬੀਰਜ ਦਾ ਦਾਨ ਕਰੇ। ਜਿਸ ਵੇਲੇ ਗਰਭਾਸ਼ਯ ਦੇ ਵਿੱਚ ਬਾਲਕ ਦਾ ਪ੍ਰਵੇਸ਼ ਹੋ ਜਾਵੇ ਫਿਰ ਦੂਜੀ ਅਰਦਾਸ ਹੋਵੇ। ਦੂਜੀ ਕੀ? ਮਹਾਰਾਜ ਜੋ ਇਹ ਜੀਵ ਗਰਭਾਸ਼ਯ ਵਿੱਚ ਆਇਆ, ਇਹਦਾ ਜਿਹੜਾ ਗਰਭਾਸ਼ਯ ਹੈ ਉਹ ਗਰਭ ਮਹਾਰਾਜ ਜੀ ਨਿਰਵਿਘਨਤਾ ਸਹਿਤ 9 ਮਹੀਨਿਆਂ ਤੱਕ ਵਧੇ। ਬੀਰਜ ਦਾਨ ਕਰਨ ਵੇਲੇ ਪਹਿਲੀ ਅਰਦਾਸ। ਫਿਰ ਜਿਸ ਵੇਲੇ ਉਸ ਬਿੰਦ ਤੋਂ ਪਿੰਡ ਬਣਨਾ, ਸਰੀਰ ਬਣਨਾ, ਅੰਗ ਬਣਨੇ ਨੇ ਬੱਚੇ ਦੇ ਸਰੀਰ ਦੇ, ਜਿਵੇਂ ਜਿਵੇਂ ਦਿਨ ਬੀਤਣੇ ਨੇ ਅੰਗ ਬਣਨੇ ਨੇ, ਸਰੀਰ ਦੀਆਂ ਅੱਖਾਂ ਬਣਨੀਆਂ ਨੇ, ਹੱਥ ਪੈਰ, ਸਾਰੇ ਸਰੀਰ ਦੀ ਕਾਇਆ ਬਣਦੀ। ਉਸ ਵੇਲੇ ਅਰਦਾਸ ਕਰੇ ਮਹਾਰਾਜ ਇਹ ਜਿਹੜੇ ਅੰਗ ਬਣਦੇ ਨੇ ਨਿਰਵਿਘਨਤਾ ਸਹਿਤ ਸੰਪੂਰਨ ਬਣਨ, ਕਿਉਂਕਿ ਬਹੁਤ ਜੀਵਾਂ ਦੇ ਅੰਗ ਅਧੂਰੇ ਵੀ ਰਹਿ ਜਾਂਦੇ ਐ। ਬਹੁਤ ਸਾਰੇ ਬਾਲਕ ਸਿਰੇ ਤੱਕ ਨਹੀਂ ਵੀ ਪਹੁੰਚਦੇ, ਨਹੀਂ ਵੀ ਅਪੜਦੇ, ਉਹ ਪਹਿਲਾਂ ਹੀ ਗਰਭਾਸ਼ਯ ਦੇ ਵਿੱਚ ਹੀ ਸਮਾਪਤ ਹੋ ਜਾਂਦੇ ਨੇ। ਤੂੰ ਅਰਦਾਸ ਉਸ ਵੇਲੇ ਵੀ ਮਹਾਰਾਜ ਜਿਹੜਾ ਜੀਵ ਆਪ ਜੀ ਨੇ ਗਰਭਾਸ਼ਯ ਵਿੱਚ ਭੇਜਿਆ, ਦੂਸਰੀ ਅਰਦਾਸ ਇਹ ਹੋਵੇ ਕਿ ਇਹਦਾ ਨਿਰਵਿਘਨਤਾ ਸਹਿਤ ਜਿਹੜਾ ਟਾਈਮ ਪੀਰੀਅਡ ਹੈ 9 ਮਹੀਨਿਆਂ ਦਾ ਜਿਹੜਾ ਸਮਾਂ ਹੈ ਪ੍ਰਸੂਤਾ ਹੋਣ ਤੱਕ ਦਾ, ਜਾਂ ਜਦੋਂ ਤੱਕ ਇਹਦਾ ਜਨਮ ਨਹੀਂ ਹੁੰਦਾ ਉਦੋਂ ਤੱਕ ਮਹਾਰਾਜ ਗਰਭਾਸ਼ਯ ਵਿੱਚ ਇਸ ਬੱਚੇ ਦੀ ਤੁਸੀਂ ਰੱਖਿਆ ਕਰਨੀ। ਇਹ ਦੂਜੀ ਅਰਦਾਸ। ਤੀਜੀ ਕਿਹੜੀ? ਦੁਬਾਰਾ ਪੜੋ ਜੀ। ਧਰਮ ਬੀਜ ਆਖੰਡ ਬ੍ਰਿਧ, ਸਫਲ ਪੂਰ ਏ ਤੀਨ। ਤੀਜਾ ਕਿ ਮਹਾਰਾਜ ਇਹ ਅਖੰਡ ਵਧੇ। ਅਖੰਡ ਵਧੇ ਦਾ ਮਤਲਬ ਦੂਜੀ ਅਰਦਾਸ ਹੁੰਦੀ ਅਖੰਡ ਵਧੇ, ਵੀ ਇਹਦੇ ਅੰਗ ਪ੍ਰਤਿਅੰਗ ਸਾਰੇ ਪੂਰਨ ਹੋਣ ਇਸ ਜਿਹੜੇ ਬੱਚੇ ਦੇ। ਫਿਰ ਸਫਲਤਾ ਦੇ ਸਹਿਤ 9 ਮਹੀਨਿਆਂ ਦਾ ਸਮਾਂ ਜਿਹੜਾ, ਜਾਂ ਜਿਹੜਾ ਵੀ ਇਹਦੇ ਜਨਮ ਤੱਕ ਦਾ, ਕਈ 7 ਮਹੀਨਿਆਂ 'ਚ ਵੀ ਬੱਚੇ ਜਨਮ ਹੋ ਜਾਂਦੇ ਹਨ, ਪੈਦਾ ਹੋ ਜਾਂਦੇ, ਵੀ ਜਨਮ ਹੋਣ ਤੱਕ ਮਹਾਰਾਜ ਇਹਦਾ ਸਰੀਰ ਪੂਰਨ ਰੂਪ ਦੇ ਵਿੱਚ ਸੰਪੂਰਨ ਹੋ ਕੇ ਵਧੇ। ਇਹ 3 ਅਰਦਾਸਾਂ ਨੇ ਪਹਿਲੀਆਂ। ਹਾਂਜੀ। ਕਸ਼ਟ ਹਾਰੇ ਬੇਲੀ ਫਲੇ, ਗੁਰ ਪੂਜਕ ਸਿਸ ਸੀਨ। ਚੌਥੀ ਅਰਦਾਸ ਹੈ ਕਿ ਜਿਸ ਵੇਲੇ ਜਨਮ ਹੋਵੇ ਤੇ ਉਸ ਵੇਲੇ ਪ੍ਰਸੂਤਾ ਦੀ ਪੀੜਾ ਵਿਆਪਦੀ ਹੈ ਬੀਬੀ ਨੂੰ,
ਤੇ ਜਨਮ ਦੀ ਪੀੜਾ, ਜਿਸ ਵੇਲੇ ਬੱਚੇ ਦਾ ਜਨਮ ਹੁੰਦਾ, ਬੜੀ ਭਿਆਨਕ ਪੀੜਾ ਉਸ ਵੇਲੇ ਮਾਤਾ ਨੂੰ ਬਰਦਾਸ਼ਤ ਕਰਨੀ ਪੈਂਦੀ। ਉਸ ਪੀੜਾ ਨੂੰ ਉਹ ਬਰਦਾਸ਼ਤ ਕਰੇ। ਉਸ ਪੀੜਾ ਦੇ ਸਮੇਂ ਤੁਸੀਂ ਉਹਦੇ ਸਿਰ ਤੇ ਹੱਥ ਰੱਖਣਾ ਹੈ। ਇਹ ਚੌਥੀ ਅਰਦਾਸ। ਪ੍ਰਸੂਤਾ ਦੀ ਪੀੜਾ, ਬਾਲਕ ਨੂੰ, ਬੱਚੇ ਨੂੰ ਜਨਮ ਦੇਣ ਸਮੇਂ ਦੀ ਜਿਹੜੀ ਪੀੜਾ ਹੈ, ਉਹ ਪੀੜਾ ਜਿੱਥੇ ਮਾਂ ਨੂੰ ਵਿਆਪਦੀ ਹੈ, ਉਹ ਪੀੜਾ ਉਸ ਬੱਚੇ ਨੂੰ ਵੀ ਵਿਆਪਦੀ ਹੈ ਜਿਸ ਦਾ ਜਨਮ ਹੁੰਦਾ ਹੈ। ਉਹਦੇ ਵਾਸਤੇ ਵੀ ਇੱਕ ਵਾਰੀ ਬੜੀ ਭਿਆਨਕ ਪੀੜਾ ਦੇ ਵਿੱਚੋਂ ਬੱਚਾ ਗੁਜ਼ਰਦਾ ਹੈ। ਇਸੇ ਤਰ੍ਹਾਂ ਨਹੀਂ ਕਹਿ ਦਿੱਤਾ ਮਹਾਰਾਜ ਜੀ ਨੇ ਵੀ ਮਹਾਰਾਜ ਜਨਮ ਦਾ ਦੁੱਖ ਬੜਾ ਡਾਢਾ ਦੁੱਖ ਹੈ। ਇਹ ਗੱਲ ਵੱਖਰੀ ਹੈ ਵੀ ਸਾਡੀ ਸਿਮਰਤੀ 'ਚ ਨਹੀਂ ਰਹਿੰਦਾ ਉਹ ਦੁੱਖ, ਕਿਉਂਕਿ ਬਚਪਨ ਹੋਣ, ਬਾਲ ਰੂਪ ਹੋਣ ਕਰਕੇ ਸਾਡੀ ਸਿਮਰਤੀ 'ਚ ਨਹੀਂ ਰਹਿੰਦਾ, ਉਹ ਸਾਨੂੰ ਯਾਦ ਨਹੀਂ ਰਹਿੰਦਾ। ਪਰ ਅਸਲੀਅਤ ਵਿੱਚ ਉਸ ਸਮੇਂ ਉਸ ਬੱਚੇ ਦੇ ਅੰਦਰ ਜੋ ਅਨੁਭਵ ਹੁੰਦਾ ਹੈ ਉਹ ਬੜਾ ਭਿਆਨਕ ਹੁੰਦਾ ਹੈ। ਬੜੀ ਭਿਆਨਕ ਪੀੜਾ ਉਸ ਬੱਚੇ ਨੂੰ, ਮਾਂ ਨੂੰ ਤਾਂ ਹੁੰਦੀ ਹੈ, ਉਸ ਬੱਚੇ ਨੂੰ ਵੀ ਬੜੀ ਭਿਆਨਕ ਪੀੜਾ ਦੇ ਵਿੱਚੋਂ ਗੁਜ਼ਰਨਾ ਪੈਂਦਾ ਕਿ 9 ਮਹੀਨੇ ਦੀ ਅੰਧ ਕੋਠੜੀ ਦੇ ਵਿੱਚੋਂ ਇੱਕਦਮ ਜਦੋਂ ਸੰਸਾਰ ਦੇ ਵਿੱਚ ਆਉਂਦਾ ਤੇ ਉਹਦੇ ਲਈ ਇੱਕਦਮ ਨਵੀਂ ਦੁਨੀਆ ਜਦੋਂ ਚਾਨਣੇ ਵਿੱਚ ਆਉਂਦਾ ਤੇ ਉਹਦੇ ਲਈ ਬੜਾ ਭਿਆਨਕ ਵਰਤਾਰਾ ਉਸ ਵੇਲੇ ਹੁੰਦਾ ਹੈ। 9 ਮਹੀਨਿਆਂ ਤੱਕ ਉਹ ਬੱਚੇ ਦਾ ਖਾਣ ਪਾਣ ਉਹਦੇ ਪੇਟ ਦੇ ਨਾੜੂਏ ਰਾਹੀਂ ਹੁੰਦਾ ਰਿਹਾ, ਉਹਨੂੰ ਮੂੰਹ ਨਹੀਂ ਹਿਲਾਣਾ ਪਿਆ। ਇੱਕਦਮ ਉਹ ਨਾੜੂਆ ਕੱਟ ਦਿੱਤਾ ਜਾਂਦਾ ਜਿਸ ਵੇਲੇ, ਤੇ ਉਹਨੂੰ ਉਸ ਨਾੜੂਏ ਦੀ ਬਜਾਏ ਪ੍ਰਾਪਤ ਹੋਣ ਵਾਲੀ ਜਿਹੜੀ ਖੁਰਾਕ ਹੈ ਉਹ ਮੂੰਹ ਰਾਹੀਂ ਗ੍ਰਹਿਣ ਕਰਨੀ ਪੈਂਦੀ ਹੈ। ਉਹਦੇ ਲਈ ਇੱਕ ਵਾਰੀ ਬੜਾ ਔਖੀ ਘਾਟੀ ਹੁੰਦੀ ਉਸ ਬਾਲਕ ਲਈ, ਬੱਚੇ ਲਈ। ਉਹਦੇ ਸੰਸਕਾਰ ਹੁੰਦੇ ਨੇ ਜਨਮਾਂ ਦੇ ਪਿਛਲਿਆਂ ਦੇ, ਇਸ ਕਰਕੇ ਉਹਨੂੰ ਦੁੱਧ ਚੁੰਘਣਾ ਸਿਖਾਉਣਾ ਨਹੀਂ ਪੈਂਦਾ। ਉਸ ਬੱਚੇ ਨੂੰ ਆਪਣੇ ਆਪ ਜੰਮਦੇ ਨੂੰ ਦੁੱਧ ਚੁੰਘਣਾ ਆ ਜਾਂਦਾ, ਕਿਉਂਕਿ ਉਹ ਸੰਸਕਾਰ ਉਹਦੇ ਅੰਦਰ ਪਹਿਲਾਂ ਸੀ। ਪਿਛਲੇ ਕਈ ਜਨਮਾਂ 'ਚ ਉਹਨੇ ਮਾਂ ਦਾ ਦੁੱਧ ਚੁੰਘਿਆ ਹੋਇਆ, ਉਹ ਸੰਸਕਾਰ ਉਹਨੂੰ ਯਾਦ ਨੇ, ਉਹ ਅੱਗੇ ਉਸੇ ਤਰ੍ਹਾਂ ਚੱਲ ਪੈਂਦੇ ਆ। ਤੋ ਉਸ ਜਨਮ ਸਮੇਂ ਦੀ ਜਿਹੜੀ ਪੀੜਾ ਹੈ ਮਾਤਾ ਨੂੰ ਵਿਆਪਦੀ ਹੈ, ਉਸ ਵੇਲੇ ਵੀ ਅਰਦਾਸ, ਇਹ ਚੌਥੀ ਅਰਦਾਸ ਮਹਾਰਾਜ ਜੀ ਦੱਸਦੇ ਹੈ ਕਿ ਉਸ ਵੇਲੇ ਇਹ ਅਰਦਾਸ ਕਰੇ ਮਹਾਰਾਜ, ਇਹ ਪੀੜਾ ਤੋਂ ਆਪ ਜੀ ਨੇ ਕਿਰਪਾ ਕਰਕੇ ਬਚਾਉਣਾ। ਇਹ ਪੀੜਾ ਭਿਆਨਕ ਰੂਪ ਹੋ ਕੇ ਨਾ ਵਿਆਪੇ, ਇਸ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ਣਾ। ਹਾਂਜੀ, ਦੁਬਾਰਾ ਪੜਿਓ। ਕਸ਼ਟ ਹਰੇ ਬੇਲੀ ਫਲੇ। ਬੇਲੀ ਫਲੇ। ਫਿਰ ਜਦੋਂ ਬੱਚਾ ਪੈਦਾ ਹੋ ਗਿਆ, ਮਹਾਰਾਜ ਹੁਣ ਇਹ ਵੇਲ ਫਲੇ, ਅੱਗੇ ਇਹ ਵਧੇ ਫੁੱਲੇ। ਫਿਰ ਪੰਜਵੀਂ ਅਰਦਾਸ ਬੇਲੀ ਫਲ ਹੈ, ਯਾਨੀ ਕਿ ਮਹਾਰਾਜ ਜਿਹੜੀ ਵੇਲ ਹੈ ਹੁਣ ਫਲੇ, ਇਹ ਅੱਗੇ ਵਧੇ ਫੁੱਲੇ। ਇਹ ਨਹੀਂ ਵੀ ਇੱਥੇ ਹੀ ਰਹਿ ਜਾਏ, ਹੁਣ ਜਨਮ ਤੋਂ ਬਾਅਦ ਮਹਾਰਾਜ ਇਹ ਵੇਲ ਵਧੇ ਵੀ, ਕੁੱਲ ਵਧੇ, ਇਹਦੇ ਨਾਲ ਅੱਗੇ ਪਰਿਵਾਰ ਵਧੇ। ਇਹ ਅਰਦਾਸ ਹੋਵੇ, ਪੰਜਵੀਂ ਅਰਦਾਸ ਹੋ ਗਈ। ਹਾਂਜੀ, ਗੁਰ ਪੂਜਕ ਸਿਸ ਸੀਨ। ਤੇ ਫਿਰ ਜਿਸ ਵੇਲੇ ਮਾਂ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਕੇ ਦੁੱਧ ਪਿਲਾਵੇ, ਘਰ ਦੀਆਂ ਬੱਚੀਆਂ ਅਸਥਣਾ ਨੂੰ ਜਿਸ ਵੇਲੇ ਧੋ ਕੇ ਬੱਚੇ ਦੇ ਮੂੰਹ ਨੂੰ ਦੁੱਧ ਲਾਉਂਦੀਆਂ ਨੇ ਘਰ ਦੀਆਂ ਲੜਕੀਆਂ, ਤਾਂ ਉਸ ਵੇਲੇ ਅਰਦਾਸ ਕਰੇ। ਦੁੱਧ ਪਿਆਉਣ ਤੋਂ ਪਹਿਲੀ ਵਾਰ ਜਦੋਂ ਬੱਚੇ ਨੂੰ ਅਸਥਣਾ ਦਾ ਦੁੱਧ ਦੇਣਾ, ਉਸ ਵੇਲੇ ਅਰਦਾਸ ਕਰੇ ਮਹਾਰਾਜ, ਇਹਦੇ ਤਨ ਵਿੱਚ ਦੁੱਧ ਜਿਹੜਾ ਗਿਆ ਹੋਇਆ ਫਲੀ ਭੂਤ ਹੋਵੇ, ਇਹਦੇ ਸਰੀਰ ਵਿੱਚ ਵਾਧਾ ਕਰੇ। ਮਹਾਰਾਜ ਇਹ ਦੁੱਧ ਇਹਦੇ ਤਨ ਲਈ ਸਹਿਯੋਗੀ ਹੋਵੇ, ਇਹਦੇ ਲਈ ਬਲਸ਼ਾਲੀ ਹੋਵੇ, ਬਲਵਰਧਕ ਹੋਵੇ। ਉਦੋਂ ਇਹ ਅਰਦਾਸ ਕਰੇ। ਅਬੇ ਕਹੋ ਅਰਦਾਸ ਮੈਂ ਜਿਮ ਸ਼੍ਰੀ ਮੁਖ ਕੈ ਦੀਨ। ਭਾਈ ਸਾਹਿਬ ਕਹਿੰਦੇ ਇਸ ਪ੍ਰਕਾਰ ਨਾਲ ਉਸ ਵੇਲੇ ਗੁਰੂ ਸਾਹਿਬ ਜੀ ਦੀ ਪੂਜਾ ਕਰਕੇ, ਮਹਾਰਾਜ ਜੀ ਦੀ ਗੁਰ ਪੂਜਕ। ਸਤਵੀਂ ਅਰਦਾਸ ਕੀ ਹੈ ਕਿ ਉਸ ਵੇਲੇ ਗੁਰੂ ਸਾਹਿਬ ਜੀ ਦੀ ਪੂਜਾ ਕਰਨੀ ਹੈ। ਮਹਾਰਾਜ ਜੀ ਦੀ ਪੂਜਾ ਕਰਨ ਤੋਂ ਬਾਅਦ ਫਿਰ ਉਸ ਬਾਲਕ ਨੂੰ ਦੁੱਧ ਅਸਥਣਾ ਵਿੱਚੋਂ ਪਿਆ ਕੇ ਕਹਿੰਦੇ ਹੁਣ ਅਰਦਾਸਾਂ ਹੋਰ ਦੱਸਦੇ ਆ, ਸੁਣੋ ਭਾਈ, ਜਿਹੜੀਆਂ ਕਲਗੀਧਰ ਜੀ ਨੇ ਦੱਸੀਆਂ ਨੇ। ਛੰਦ ਬੰਦ ਕੁਛ ਗਿਨਤ ਨੇ ਸਪਤ ਪ੍ਰਥਮ ਕੀ ਚੀਨ। ਕਹਿੰਦੇ ਆ ਜਿਹੜੀਆਂ ਪਹਿਲਾਂ ਬੱਚੇ ਨੂੰ ਸੀਨੇ ਨਾਲ ਲਾ ਕੇ ਦੁੱਧ ਪਿਲਾਉਣਾ, ਜਾਂ ਜਿਹੜੀਆਂ ਪਹਿਲੀਆਂ ਉੱਪਰਲੀਆਂ 3 ਅਰਦਾਸਾਂ ਦੱਸੀਆਂ ਨੇ, ਇਹਨਾਂ ਦੀ ਕੁੱਲ ਗਿਣਤੀ ਹੋ ਜਾਂਦੀ ਹੈ 7। ਇਹ 7 ਅਰਦਾਸਾਂ ਉੱਪਰ ਜਿਹੜੀਆਂ ਆਪਾਂ ਪਿੱਛੇ ਸੁਣ ਲਈਆਂ, ਇਹ 7 ਅਰਦਾਸਾਂ ਜਿਹੜੀਆਂ ਇਹ ਪਹਿਲੀਆਂ ਨੇ ਜਨਮ ਸਮੇਂ, ਇਹ ਉਸ ਵੇਲੇ ਹੀ ਕਰਨੀਆਂ ਹੁੰਦੀਆਂ। ਜਨਮ ਤੋਂ ਪਹਿਲਾਂ ਬੱਚੇ ਤੋਂ, ਜਿਸ ਵੇਲੇ ਉਦਰ ਵਿੱਚ ਆ ਜੇ ਬਾਲਕ, ਫਿਰ ਅਰਦਾਸ। ਫਿਰ ਉਹ ਸੰਪੂਰਨ ਰੂਪ ਦੇ ਵਿੱਚ ਵਧੇ,
9 ਮਹੀਨਿਆਂ ਤੱਕ ਉਹਦੇ ਅੰਗ ਪ੍ਰਤਿਅੰਗ ਠੀਕ ਰਹਿਣ। ਫਿਰ ਚੌਥੀ ਅਰਦਾਸ ਜਦੋਂ ਉਹਦਾ ਜਨਮ ਹੋਣ ਲੱਗੇ ਪ੍ਰਸੂਤਾ ਦੀ ਪੀੜਾ ਤੋਂ ਬਚਣ ਵਾਸਤੇ। ਫਿਰ ਉਸ ਦਾ ਇਹ ਸੰਸਾਰ ਵਿੱਚ ਆਉਣ ਤੋਂ ਬਾਅਦ ਉਹਦੀ ਵੇਲ ਵਧੇ ਅੱਗੇ, ਇਹ ਅਰਦਾਸ ਕਰਨੀ ਪੰਜਵੀਂ। ਫਿਰ ਅਸਥਣਾ ਵਿੱਚੋਂ ਦੁੱਧ ਪਿਲਾਉਣ ਸਮੇਂ ਇਦਾਂ ਅਰਦਾਸਾਂ ਜਿਹੜੀਆਂ ਨੇ ਕਰਨੀਆਂ। 7 ਅਰਦਾਸਾਂ ਪਹਿਲੀਆਂ ਹਨ। ਆਟੇ ਭੋਜੋ ਪੀਨ ਭੋਗ ਬਸਤਰਨ ਮੈਂ ਗੁਰ ਸੇਸ ਦੀਨ। ਕਹਿੰਦੇ ਫਿਰ 7ਵੀਂ ਅਰਦਾਸ ਇਹ ਹੈ ਕਿ ਜਿਸ ਵੇਲੇ ਉਸ ਬੱਚੇ ਦੇ ਕੰਨ ਵਿੱਚ ਗੁਰ ਮੰਤਰ ਸੁਣਾਉਣਾ, ਦੁੱਧ ਪਿਲਾਉਣ ਤੋਂ ਪਹਿਲਾਂ, ਅਸਥਣਾ ਤੇ ਲਾਣ ਤੋਂ ਪਹਿਲਾਂ, ਜਿਹੜੀ 6ਵੀਂ ਅਰਦਾਸ ਮਹਾਰਾਜ ਜੀ ਨੇ ਦੱਸੀ ਹੈ ਨਾ, ਗੁਰ ਪੂਜਕ, ਕਿ ਉਹਦੇ ਕੰਨ ਵਿੱਚ ਗੁਰਮੰਤਰ ਸੁਣਾਉਣਾ। ਜੰਮਦੇ ਬਾਲਕ ਦੇ ਕੰਨ ਵਿੱਚ ਗੁਰਮੰਤਰ ਸੁਣਾਉਣਾ, ਮੂਲ ਮੰਤਰ ਸੁਣਾਉਣਾ। ਤੇ ਅੱਜ ਕੱਲ੍ਹ ਜਿਵੇਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹ ਬੱਚੇ ਨੂੰ ਗੋਦ 'ਚ ਲੈ ਕੇ ਫਿਰ ਉਹਦੇ ਮੁਖ ਦੇ ਵਿੱਚ ਅੰਮ੍ਰਿਤ ਪਾਉਂਦੇ ਆ ਨਾ, ਤੇ ਕੰਨ ਦੇ ਵਿੱਚ ਬਾਣੀ ਸੁਣਾਉਂਦੇ ਆ। ਇਹ ਆਵਾਜ਼ ਪਹਿਲਾਂ ਉਹਦੇ ਕੰਨਾਂ ਵਿੱਚ ਪੈਣੀ ਚਾਹੀਦੀ। ਇਹ 7 ਅਰਦਾਸਾਂ ਹੋ ਗਈਆਂ। 8ਵੀਂ ਅਰਦਾਸ ਕਿ ਮਹਾਰਾਜ ਇਹ ਜੋ ਭੋਜੇ ਦਾ ਮਤਲਬ ਹੁੰਦਾ ਜੋ ਖਾਵੇ, ਉਹ ਇਹਦੇ ਸਰੀਰ ਲਈ ਰਿਸ਼ਟ ਪੁਸ਼ਟ ਕਰੇ, ਇਹਦੇ ਸਰੀਰ ਨੂੰ ਬਲਵਾਨ ਕਰੇ, ਇਹ ਅਰਦਾਸ ਕਰੇ। ਫਿਰ ਭੋਗ ਬਸਤਰਨ ਮੈਂ ਗੁਰ ਸ਼ੇਸ਼ ਦੀਨ। ਫਿਰ ਉਸ ਬੱਚੇ ਨੂੰ ਜਦੋਂ ਬਸਤਰ ਪਵਾਉਣੇ ਆ, ਹੁਣ ਤਾਂ ਉਹ ਮਰਿਆਦਾ ਨਹੀਂ ਰਹੀ, ਪਹਿਲਾਂ ਇਹ ਮਰਿਆਦਾ ਸੀ। ਭਾਈ ਵੀਰ ਸਿੰਘ ਜੀ ਲਿਖਦੇ ਹੈ ਕਿ ਜਿਹੜੇ ਮਹਾਰਾਜ ਜੀ ਦੇ ਪਹਿਲਾਂ ਜਿਹੜਾ ਬੱਚੇ ਨੂੰ ਬਸਤਰ ਪਾਇਆ ਜਾਂਦਾ ਸੀ ਨਾ, ਗੁਰੂ ਸਾਹਿਬ ਜੀ ਦਾ ਕੋਈ ਪੁਰਾਣਾ ਰੁਮਾਲਾ ਗ੍ਰੰਥੀ ਸਿੰਘ ਜੀ ਨੇ ਸਰੋਪੇ ਵਜੋਂ ਦੇਣਾ, ਉਹਦਾ ਚੋਲਾ ਬਣਾ ਕੇ ਉਸ ਬੱਚੇ ਦੇ ਤਨ ਤੇ ਪਵਾਉਣਾ, ਪਹਿਲਾ ਬਸਤਰ, ਕਿ ਜਿਹੜਾ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਲੱਗਾ ਹੋਵੇ। ਹੁਣ ਅੱਜ ਕੱਲ੍ਹ ਤਾਂ ਜਿਵੇਂ ਰੁਮਾਲੇ ਜਿਹੜੇ ਮਹਾਰਾਜ ਜੀ ਨੇ ਉਹ ਕੰਮ ਨਹੀਂ ਆਉਂਦੇ ਕਿਸੇ ਪ੍ਰਕਾਰ ਨਾਲ, ਮਾਫ ਕਰਨਾ ਮਹਾਰਾਜ ਜੀ ਤੋਂ ਬਾਅਦ। ਤੇ ਕੁਝ ਰੁਮਾਲੇ ਹਨ ਜਿਵੇਂ ਮਹਾਰਾਜ ਜੀ ਦੇ ਸੁਖਾਸਣਾ ਵਾਲੇ ਰੁਮਾਲੇ ਹੁੰਦੇ ਆ, ਤੇ ਜਿਹੜੇ ਜਰੀਦਾਰ ਜਿਹੜੇ ਉਹ ਰੁਮਾਲੇ ਨੇ ਉਹ ਬਾਲਕਾਂ ਦੇ ਸਰੀਰ ਤੇ ਪਾਉਣ ਯੋਗ ਨਹੀਂ ਹੁੰਦੇ। ਪੁਰਾਣੇ ਵੇਲਿਆਂ ਵਿੱਚ ਇਦਾਂ ਦੇ ਬਹੁਤੇ ਜਰੀਆਂ ਵਾਲੇ ਰੁਮਾਲੇ ਨਹੀਂ ਸਨ ਹੁੰਦੇ। ਤੋ ਇਸ ਤਰ੍ਹਾਂ ਦੇ ਬਸਤਰ ਵਗੈਰਾ ਜਿਹੜੇ ਸੂਤੀ ਹੋਣ, ਉਹ ਮਹਾਰਾਜ ਜੀ ਦੇ ਅੰਗਾਂ ਨੂੰ ਲੱਗੇ, ਉਹਦਾ ਚੋਲਾ ਬਣਾ ਕੇ ਬੱਚੇ ਦੇ ਤਨ ਤੇ ਪਹਿਲੀ ਵਾਰ ਕਿ ਗੁਰੂ ਸਾਹਿਬ ਦਾ ਜਿਹੜਾ ਬਸਤਰ ਅੰਗਾਂ ਨੂੰ ਛੂਹਿਆ ਹੋਇਆ, ਉਸ ਬਾਲਕ ਦੇ ਤਨ ਤੇ ਪਵਾਉਣ ਵੇਲੇ ਅਰਦਾਸ ਕਰਨੀ, ਮਹਾਰਾਜ ਆਪ ਜੀ ਦੇ ਅੰਗਾਂ ਨੂੰ ਲੱਗਾ ਇਹ ਬਸਤਰ ਇਸ ਬਾਲਕ ਦੇ ਤਨ ਦੇ ਸਰੀਰ ਤੇ ਪਰਦੇ ਨੂੰ ਕੱਜ ਰਿਹਾ, ਕਿਰਪਾ ਕਰਿਓ ਇਹਦੇ ਲੋਕ ਪਰਲੋਕ ਵਿੱਚ ਪਰਦੇ ਤੁਸੀਂ ਕੱਜਣੇ ਆ। ਇੱਕ ਪੁਸਤਕ ਹੈ ਪ੍ਰੇਮ ਸੁਮਾਰਗ, ਉਹਦੇ ਵਿੱਚ ਸਾਰੀਆਂ ਮਰਿਆਦਾਵਾਂ ਬੜੇ ਸੋਹਣੇ ਢੰਗ ਨਾਲ ਲਿਖੀਆਂ ਕਿ ਜਿਸ ਵੇਲੇ ਬਾਲਕ ਦਾ ਉਦਰ ਵਿੱਚ ਨਿਵਾਸ ਹੋ ਜਾਏ ਬੱਚੇ ਦਾ, ਉਸ ਵੇਲੇ ਉਸ ਮਾਤਾ ਨੂੰ ਕੀ ਕਰਨਾ ਚਾਹੀਦਾ, ਉਹ ਮਰਿਆਦਾ ਉਹ ਲਿਖਦੇ ਇੱਥੋਂ ਤੱਕ ਕਿ ਉਹ ਜਿੱਥੇ ਉਹ ਮਾਤਾ ਲੇਟਦੀ ਆ ਉਹਦੀਆਂ ਅੱਖਾਂ ਦੇ ਸਾਹਮਣੇ ਦੀਵਾਰ ਦੇ ਉੱਤੇ ਤਲਵਾਰ ਟੰਗ ਦਿਓ, ਵੀ ਉਹ ਤਲਵਾਰ ਨੂੰ ਵੇਖਦੀ ਰਹੇ, ਸ਼ਸਤਰ ਨੂੰ ਵੇਖਦੀ ਰਹੇ। ਤੇ ਜਿਵੇਂ ਬਾਲਕ ਦਾ ਜਨਮ ਹੋ ਜਾਏ ਤੇ ਫਿਰ ਉਹ ਤਲਵਾਰ ਉਹਦੇ ਸਰਾਣੇ ਰਹੇ ਨਾਲ, ਯਾਨੀ ਕਿ ਉਹਦੇ ਅੰਦਰ ਛਤਰੀ ਪੁਣੇ ਦੀ ਬਿਰਤੀ, ਚਾਹੇ ਉਹ ਬੱਚਾ ਹੋਵੇ ਬੱਚੀ ਹੋਵੇ, ਦੋਨਾਂ ਦੇ ਵਿੱਚ ਬਣ ਜਾਂਦੀ ਹੈ। ਬੜਾ ਡੂੰਘਾ ਵਚਨ ਉਹਨਾਂ ਨੇ ਪ੍ਰੇਮ ਸਮਾਰਗ ਵਿੱਚ ਇਦਾਂ ਲਿਖਿਆ। ਫਿਰ ਜਨਮ ਸਮੇਂ, ਫਿਰ ਜਨਮ ਤੋਂ ਬਾਅਦ ਦੇ ਉਸ ਬੱਚਿਆਂ ਦੇ ਸੰਸਕਾਰ ਕਿੱਦਾਂ ਦੇ, ਉਹ ਵਿਸਥਾਰ ਗੁਰੂ ਸਾਹਿਬ ਜੀ ਇੱਥੇ ਟੂਕ ਮਾਤਰ ਅਰਦਾਸਾਂ ਜਿਹੜੀਆਂ ਨੇ ਉਹ ਦੱਸ ਰਹੇ ਹਨ। ਹਾਂਜੀ। ਖੁਲਾਵੇ ਬਾਲਕ ਤੁਸ਼ਟ ਪੁਸ਼ਟ ਦਸਵੀਂ ਕਰ ਅਰਦਾਸ। 10ਵੀਂ ਅਰਦਾਸ ਇਹ ਹੈ, 7 ਉੱਪਰ ਦਸੀਆਂ, 2 ਥੱਲੇ ਨਾਲ ਦੱਸ ਆਏ ਨੇ ਕਿ ਜਦੋਂ ਕੁਝ ਖਾਵੇ ਤਾਂ ਇਹ ਕਹੇ ਕਿ ਮਹਾਰਾਜ ਇਹਦੇ ਸਰੀਰ ਨੂੰ ਇਹ ਵਾਧਾ ਕਰੇ। ਫਿਰ ਬਸਤਰ ਪਾਉਣ ਵੇਲੇ ਅਰਦਾਸ 9 ਹੋ ਗਈਆਂ। ਹੁਣ 10ਵੀਂ ਅਰਦਾਸ ਹੈ ਕਿ ਜਿਸ ਵੇਲੇ ਬੱਚਾ ਸਭ ਤੋਂ ਪਹਿਲੀ ਵਾਰ ਅੰਨ ਖਾਵੇ, ਦੁੱਧ ਤੋਂ ਬਾਅਦ ਬੱਚਾ ਜਦੋਂ ਅੰਨ ਖਾਣਾ ਸ਼ੁਰੂ ਕਰਦਾ, ਉਸ ਅੰਨ ਖਾਣ ਸਮੇਂ ਵੀ ਉਹਦੀ ਅਰਦਾਸ ਕਰੇ ਕਿ ਮਹਾਰਾਜ ਇਹਨੇ ਅੰਨ ਨੂੰ ਮੂੰਹ ਲਾਇਆ, ਕਿਰਪਾ ਕਰਿਓ ਇਹਦੇ ਤਨ ਨੂੰ ਇਹ ਅੰਨ ਰਿਸ਼ਟ ਪੁਸ਼ਟ ਰੱਖੇ, ਅਰੋਗ ਰੱਖੇ। ਇਹ 10ਵੀਂ ਅਰਦਾਸ ਹੈ। 3 ਗਰਭ ਪਰ ਸੂਤ ਕੀ
ਦਰਸ਼ਨ ਗੁਰ ਕਰ ਗਾਸ। ਇਦਾਂ ਇਹ ਜਿਹੜੀਆਂ 10 ਅਰਦਾਸਾਂ ਉੱਤੇ 3 ਗਰਭ ਸਮੇਂ ਦੀਆਂ ਨੇ, ਬਾਕੀ 7 ਦੂਸਰੀਆਂ ਦਸੀਆਂ ਨੇ। ਫਿਰ 11ਵੀਂ ਅਰਦਾਸ ਕਿ ਜਦੋਂ ਬੱਚੇ ਨੂੰ ਪਹਿਲੀ ਵਾਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੈ ਕੇ ਆਵੇ ਕਿ ਮਹਾਰਾਜ ਇਹ ਬੱਚਾ ਤੁਹਾਡੇ ਚਰਨਾਂ ਦਾ ਸੇਵਕ ਹੈ, ਸਾਡਾ ਸੰਬੰਧ ਕੇਵਲ ਇਹਦੇ ਨਾਲ ਸਿੱਖੀ ਦਾ ਹੈ। ਇਹ ਸਾਡਾ ਪੁੱਤ ਧੀ ਨਹੀਂ ਮਹਾਰਾਜ, ਤੁਹਾਡਾ ਪੁੱਤ ਧੀ ਹੈ, ਤੁਹਾਡਾ ਬੱਚਾ ਬੱਚੀ ਹੈ ਮਹਾਰਾਜ, ਸਾਡਾ ਸੰਬੰਧ ਇਹਦੇ ਨਾਲ ਕੇਵਲ ਗੁਰਸਿੱਖੀ ਦਾ ਹੈ। ਇਹ ਅਰਦਾਸ, ਇਹ 11ਵੀਂ ਅਰਦਾਸ ਹੈ। ਮਹਾਰਾਜ ਇਹ ਮੇਰਾ ਪੁੱਤਰ ਜਾਂ ਮੇਰੀ ਧੀ ਨਹੀਂ, ਇਹ ਤੁਹਾਡਾ ਹੈ ਮਹਾਰਾਜ, ਤੁਹਾਡਾ ਬਖਸ਼ਿਆ ਹੋਇਆ। ਮੇਰਾ ਇਹਦੇ ਨਾਲ ਜਿਹੜਾ ਸੰਬੰਧ ਹੈ ਉਹ ਕੇਵਲ ਇਸ ਕਰਕੇ ਹੈ ਕਿਉਂਕਿ ਇਹ ਵੀ ਤੁਹਾਡਾ ਸਿੱਖ ਹੈ ਤੇ ਮੈਂ ਵੀ ਤੁਹਾਡਾ ਸਿੱਖ ਹਾਂ, ਸਾਡਾ ਸੰਬੰਧ ਸਿੱਖੀ ਦਾ। ਇਹ ਬੜੀਆਂ ਉੱਚੀਆਂ ਅਰਦਾਸਾਂ ਨੇ ਗੁਰੂ ਖਾਲਸਾ ਜੀ। ਇੱਕ ਇੱਕ ਛਿਨ ਛਿਨ ਦੀ ਅਰਦਾਸ ਮਹਾਰਾਜ ਜੀ ਦੱਸ ਰਹੇ ਨੇ। ਇਹ ਛੋਟੀਆਂ ਛੋਟੀਆਂ ਬਾਤਾਂ ਬੜੀਆਂ ਮਾਇਨੇ ਰੱਖਦੀਆਂ ਨੇ। ਜਦੋਂ ਇਹੋ ਜਿਹੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਆ ਬੱਚਿਆਂ ਪ੍ਰਤੀ, ਤਾਂ ਉਹਨਾਂ ਬੱਚਿਆਂ ਦੇ ਵਿੱਚ ਮਹਾਰਾਜ ਜੀ ਦੀ ਸਿੱਖੀ ਦੇ ਸੰਸਕਾਰ ਜਾਗਦੇ ਆ। ਗੁਰੂ ਸਾਹਿਬ ਰੀਝਦੇ ਆ, ਉਹਨਾਂ ਤੇ ਪ੍ਰਸੰਨ ਹੁੰਦੇ ਆ। 11ਵੀਂ ਅਰਦਾਸ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਕੇ ਮਹਾਰਾਜ ਜੀ ਦੇ ਦਰਸ਼ਨ ਕਰੇ। ਬੈਠਨ ਮੈਂ ਪ੍ਰਸਾਦ ਮੈਂ ਪਹਿਰਨ ਮੈਂ ਹੋਏ ਰੋਗ। ਫਿਰ 12ਵੀਂ ਅਰਦਾਸ ਬੈਠਣ ਮੈਂ, ਜਦੋਂ ਬੱਚਾ ਬੈਠਣ ਲੱਗ ਪਵੇ ਫਿਰ ਅਰਦਾਸ। ਮਹਾਰਾਜ ਸ਼ੁਕਰ ਹੈ ਦਾਤਾ ਜੀ, ਇਹ ਤਾਂ ਬੜੇ ਬਾਲਕ ਨੇ ਜਿਹੜੇ ਬੈਠ ਹੀ ਨਹੀਂ ਸਕਦੇ। ਸਾਧ ਸੰਗਤ ਜੀ, ਪਰਮੇਸ਼ਰ ਨੇ ਉਹਨਾਂ ਦੇ ਸਰੀਰਾਂ ਵਿੱਚ ਉਹ ਬਰਕਤ ਨਹੀਂ ਪਾਈ ਵੀ ਉਹ ਬੈਠ ਸਕਣ। ਜਦੋਂ ਬੈਠ ਜੇ ਉਦੋਂ ਅਰਦਾਸ ਕਰੇ, ਸ਼ੁਕਰ ਹੈ ਦਾਤਾ ਜੀ ਇਹ ਬੱਚਾ ਬੈਠਣ ਲੱਗ ਪਿਆ, ਧੰਨਵਾਦ ਆਪ ਜੀ ਦਾ। ਮਹਾਰਾਜ ਇਹਨੂੰ ਬਲ ਬਖਸ਼ਿਓ, ਇਹ ਤੁਹਾਡੀ ਸੰਗਤ ਵਿੱਚ ਆ ਕੇ ਇਦਾਂ ਹੀ ਬੈਠਿਆ ਕਰੇ ਟਿਕ ਕੇ ਆਨੰਦ ਨਾਲ। ਮਹਾਰਾਜ ਕਿਰਪਾ ਕਰਿਓ ਇਹ ਤੁਹਾਡੀ ਸੰਗਤ ਵਿੱਚ ਬੈਠਿਆ ਕਰੇ ਜਿਵੇਂ ਬੈਠਾ ਹੈ। ਪ੍ਰਸਾਦ ਮੈਂ, ਜਦੋਂ ਬੱਚਾ ਆਪਣੇ ਆਪ ਰੋਟੀ ਖਾਣੀ ਸ਼ੁਰੂ ਕਰ ਦੇ ਫਿਰ ਅਰਦਾਸ, ਕਿਉਂਕਿ ਇਹ ਵੀ ਬਰਕਤ। ਬਹੁਤ ਬਾਲਕ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਬੁੱਧੀ ਨਹੀਂ ਦਿੱਤੀ ਵੀ ਆਪਣੇ ਆਪ ਰੋਟੀ ਖਾ ਸਕਣ। ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਪੇ ਖਵਾਉਂਦੇ ਆ, ਉਹ ਖਾ ਹੀ ਨਹੀਂ ਸਕਦੇ। ਉਹ ਬੁੱਧੀ ਨਹੀਂ ਹੈ ਉਹਨਾਂ ਵਿੱਚ, ਸੁਰਤ ਨਹੀਂ ਹੈ। ਤੇ ਜਦੋਂ ਪ੍ਰਸ਼ਾਦ ਆਪ ਛਕਣ ਲੱਗ ਪਵੇ ਬੱਚਾ ਫਿਰ ਅਰਦਾਸ ਕਰੇ। 13ਵੀਂ ਅਰਦਾਸ, ਮਹਾਰਾਜ ਦਾਤਾ ਜੀ ਧੰਨਵਾਦ ਆਪ ਜੀ ਦਾ, ਇਹ ਬਾਲਕ ਪ੍ਰਸ਼ਾਦ ਆਪ ਛਕਣ ਲੱਗ ਪਿਆ, ਇਹਨੂੰ ਬਲ ਬਖਸ਼ਿਓ, ਇਹ ਆਪਣੇ ਹੱਥਾਂ ਦੇ 10 ਨੋਹਾਂ ਦੀ ਕਿਰਤ ਕਰਕੇ ਆਪ ਛਕਣ ਜੋਗਾ ਹੋਵੇ। ਫਿਰ ਬੈਠਣ ਮੈਂ ਪ੍ਰਸਾਦ ਮੈਂ ਪਹਿਰਨ ਮੈਂ ਹੋਏ ਰੋਗ। ਫਿਰ ਜਦੋਂ ਉਹ ਸਰੀਰ ਦੇ ਉੱਤੇ ਬਸਤਰ ਪਹਿਰਨ ਯੋਗ ਹੋ ਜਾਏ, ਆਪ ਪਾਉਣ ਲੱਗ ਪਵੇ ਬਸਤਰ ਆਪਣੇ ਹੱਥਾਂ ਨਾਲ, ਫਿਰ ਅਰਦਾਸ ਕਰੇ ਕਿ ਫਿਰ ਅਰਦਾਸ ਕਰੇ ਮਹਾਰਾਜ ਇਹ ਅਰੋਗ ਰਹੇ, ਇਹਦੇ ਤਨ 'ਚ ਤੰਦਰੁਸਤੀ ਰਹੇ। ਖੇਲਨ ਮੈਂ ਜੀਵ ਮੇਲ ਕਰ ਸਥਿਰ ਮੈਂ ਕਹੋ ਅਰੋਗ। ਫਿਰ ਬਹੁਤੇ ਸਾਥੀਆਂ ਵਿੱਚ ਬੱਚਿਆਂ ਵਿੱਚ ਮਿਲ ਕੇ ਖੇਡਣ ਲੱਗ ਪਵੇ। ਨਹੀਂ ਤਾਂ ਬਹੁਤ ਸਾਰੇ ਬੱਚੇ ਨੇ ਉਹ ਇਹੋ ਜਿਹੇ ਮਾਨਸਿਕ ਤੌਰ ਤੇ ਇਹੋ ਜਿਹੇ ਹੋ ਜਾਂਦੇ ਵੀ ਉਹ ਰਲ ਕੇ ਖੇਡ ਨਹੀਂ ਸਕਦੇ, ਉਹਨਾਂ ਨੂੰ ਇਕੱਲੇ ਦੁਕੱਲੇ ਜਾਂ ਪਾਸੇ ਰਹਿਣਾ ਪਸੰਦ ਹੁੰਦਾ। ਫਿਰ ਅਰਦਾਸ ਕਰੇ ਜਦੋਂ ਬਹੁਤੇ ਬੱਚਿਆਂ ਵਿੱਚ ਰਲ ਕੇ ਖੇਡਣ ਲੱਗੇ, ਮਹਾਰਾਜ ਇਹਨੂੰ ਰਲ ਮਿਲ ਕੇ ਰਹਿਣ ਦੀ ਬਿਰਤੀ ਬਖਸ਼ਿਓ, ਵੀ ਪ੍ਰੇਮ ਭਾਵ ਬਖਸ਼ਿਓ ਸਾਰਿਆਂ ਜੀਵਾਂ ਨਾਲ, ਇਹ ਰਲ ਮਿਲ ਕੇ ਰਵੇ ਸਾਰਿਆਂ ਨਾਲ। ਸਥਿਰ ਮੈਂ, ਜਦੋਂ ਟਿਕ ਕੇ ਬੈਠੇ ਉਸ ਵੇਲੇ ਮਹਾਰਾਜ ਤੁਹਾਡਾ ਨਿਤਨੇਮ ਕਰਨ ਵੇਲੇ ਏਦਾਂ ਟਿਕਾ ਵਿੱਚ ਬੈਠੇ। ਫਿਰ ਕਹੋ ਅਰੋਗ, ਇਹ ਅਰਦਾਸ ਕਰੇ ਮਹਾਰਾਜ ਇਹ ਅਰੋਗ ਰਹੇ, ਬੱਚਿਆਂ ਵਿੱਚ ਫਿਰਨ ਲੱਗਾ, ਬਾਲਕਾਂ ਵਿੱਚ ਫਿਰ ਕੇ ਖੇਡਣ ਲੱਗਾ, ਮਹਾਰਾਜ ਇਹਨੂੰ ਅਰੋਗਤਾਈ ਬਖਸ਼ੋ, ਇਹ ਅਰਦਾਸ ਕਰੇ। ਪੜਤੇ ਰਸਨਾ ਚੇਤ ਗੁਰ ਪਾਹੁਲ ਗੁਰ ਕਰ ਮੇਲ। ਫਿਰ ਇਸੇ ਤਰ੍ਹਾਂ ਅਰਦਾਸ ਜਦੋਂ ਪੜਨ ਵੇਲੇ ਪਾਉਣਾ ਬੱਚੇ ਨੂੰ, ਪੜ੍ਹਾਈ ਵੇਲੇ ਪਹਿਲੇ ਦਿਨ ਸਕੂਲ ਭੇਜਣਾ, ਪਹਿਲਾਂ ਮਹਾਰਾਜ ਜੀ ਦੀ ਹਜ਼ੂਰੀ 'ਚ ਮਹਾਰਾਜ ਇਸ ਬਾਲਕ ਨੂੰ ਪੜਨ ਵਾਸਤੇ ਭੇਜਣ ਲੱਗੇ ਆ, ਇਹਦੀ ਬੁੱਧੀ ਵਿੱਚ ਪੜ੍ਹਾਈ ਪਾਇਓ, ਇਹ ਪੜ੍ਹੇ, ਕੱਲਾ ਪੜ੍ਹੇ ਨਾ, ਪੜ੍ਹ ਕੇ ਉਸ ਨੂੰ ਸਮਝੇ, ਆਪਣੇ ਜੀਵਨ ਵਿੱਚ ਉਸ ਪੜ੍ਹਾਈ ਦੇ ਅਰਥ ਨੂੰ ਜਾਣੇ। ਮਹਾਰਾਜ ਜੀ ਦੀ ਬੁੱਧੀ 'ਚ ਵਿਕਾਸ ਪੈਦਾ ਕਰਿਓ ਕਿ ਇਹ ਪੜ੍ਹਾਈ ਨੂੰ ਸਮਝ ਸਕੇ। ਪੜ੍ਹਤੇ
ਫਿਰ ਜਦੋਂ ਜ਼ੁਬਾਨ ਤੋਂ ਬੋਲਣ ਲੱਗ ਪਵੇ ਨਾ, ਬੋਲੇ ਬਾਕ ਬੋਲੇ, ਤੇ ਉਸ ਵੇਲੇ ਮਹਾਰਾਜ ਉਹਦੇ ਕੋਲੋਂ ਆਪ ਜੀ ਦਾ, ਗੁਰੂ ਜੀ ਆਪ ਜੀ ਦਾ ਚਿੰਤਨ ਹੋਵੇ। ਫਿਰ ਜਦੋਂ ਉਹ ਇਸ ਅਵਸਥਾ 'ਚ ਪਹੁੰਚ ਜਾਏ ਕਿ ਫਿਰ ਖੰਡੇ ਦੀ ਪੌਲ ਲੈਣ ਵੇਲੇ ਗੁਰੂ ਕੀ ਹਜ਼ੂਰੀ 'ਚ ਅਰਦਾਸ ਕਿ ਮਹਾਰਾਜ ਹੁਣ ਇਹਨੂੰ ਖੰਡੇ ਦੀ ਪੌਲ ਬਖਸ਼ ਕੇ ਆਪਣਾ ਸਿੰਘ ਸਿੰਘਣੀ ਸਜਾ ਲਓ। ਅਸੀਂ ਆਪਣੇ ਬੱਚਿਆਂ ਦੀ ਇੱਕ ਖਾਸ ਉਮਰ ਨਿਰਧਾਰਿਤ ਕਰ ਦਈਏ ਕਿ ਜਿਸ ਵੇਲੇ ਉਹਨਾਂ ਨੂੰ ਖੰਡੇ ਦੀ ਪੌਲ ਛਕਾਈ ਜਾ ਸਕੇ। ਉਸ ਤੋਂ ਪਹਿਲਾਂ ਵੇਖ ਲਓ ਕਿ ਬੱਚਾ ਨਿਤਨੇਮ ਕਰਨ ਲੱਗ ਪਿਆ, ਪੰਜ ਬਾਣੀਆਂ ਪੜ੍ਹਨ ਲੱਗ ਪਿਆ, ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦਾ, ਸੋਹਿਲਾ ਪੜ੍ਹ ਲੈਂਦਾ। ਜਦੋਂ ਪੜ੍ਹਨ ਲੱਗ ਪਵੇ, ਮਰਿਆਦਾ ਹੋ ਜਾਏ ਉਹਦੀ ਨਿਤਨੇਮ ਦੀ, ਫਿਰ ਉਹਨੂੰ ਖੰਡੇ ਦੀ ਪੌਲ ਛਕਾਣੀ ਜ਼ਰੂਰੀ ਹੈ। ਇਹ ਮਾਂ ਬਾਪ ਦੀ ਜ਼ਿੰਮੇਵਾਰੀ ਹੈ। ਤੇ ਸਾਡੇ ਤਾਂ 80-80 ਸਾਲ ਦੇ ਬਜ਼ੁਰਗ ਹੋ ਜਾਂਦੇ, ਅੰਮ੍ਰਿਤ ਨਹੀਂ ਛਕਦੇ, ਉਹਨਾਂ ਨੂੰ ਕਹਿਣਾ ਪੈਂਦਾ ਛਕ ਲਓ। ਉਹਨਾਂ ਅੱਗੋਂ ਪੁੱਤਰਾਂ ਨੂੰ ਕੀ ਕਹਿਣਾ, ਤੇ ਪੁੱਤਰਾਂ ਨੇ ਅੱਗੋਂ ਆਪਣੇ ਬੱਚਿਆਂ ਨੂੰ ਕੀ ਕਹਿਣਾ। ਇਹ ਬੜੀ ਵੱਡੀ ਸਮੱਸਿਆ ਹੈ। ਫਿਰ ਇਹ ਅਰਦਾਸ ਜਦੋਂ ਖੰਡੇ ਦੀ ਪੌਲ, ਮਹਾਰਾਜ ਕਿਰਪਾ ਕਰੋ ਹੁਣ ਇਸ ਬੱਚੇ ਨੂੰ ਆਪ ਜੀ ਆਪਣੇ ਖੰਡੇ ਦੀ ਪੌਲ ਬਖਸ਼ੋ। ਹਾਂਜੀ। ਭਾਈ ਚਤਰਦਾਸ ਪ੍ਰਥਮ ਕੀ ਕਰ ਅਰਦਾਸ ਸੋਹੇਲ। ਕਹਿੰਦੇ ਪਹਿਲਾਂ ਦੀਆਂ ਚਤਰਦਾਸ, ਚਤਰ ਤੇ 10 ਯਾਨੀ ਕਿ ਇਹ 14 ਅਰਦਾਸਾਂ ਪਹਿਲਾਂ ਦੀਆਂ ਹੋ ਗਈਆਂ। ਇਹਦਾ ਮੇਲ ਜਿਹੜਾ ਹੈ ਉਹ ਕਰਨਾ ਹੈ। ਅਗਲੀਆਂ ਹੋਰ ਅਰਦਾਸਾਂ ਦਾ ਜ਼ਿਕਰ ਗਰੀਬ ਨਵਾਜ ਸਵਾਮੀ ਜੀ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਸਾਹਿਬ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ ਕਿ 17 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਦੀ ਮੱਧ ਦੀ ਅਰਦਾਸ ਹੈ। ਇਹ ਵੀ ਅਰਦਾਸ ਹੈ ਇੱਕ ਕਿ ਜਦੋਂ ਗੁਰਬਾਣੀ ਮੱਧ ਭਾਗ ਵਿੱਚ ਪਹੁੰਚੇ, ਕਥਾ ਮੱਧ ਭਾਗ ਵਿੱਚ ਪਹੁੰਚੀ, ਸ਼ੁਕਰ ਕਰਨਾ ਸਤਿਗੁਰੂ ਜੀ ਤੁਹਾਡੀ ਦਇਆ ਹੋਈ ਹੈ ਕਿ ਆਪ ਜੀ ਨੇ ਦਇਆ ਕਰਕੇ ਆਪਣੀ ਬਾਣੀ ਦੀ ਕਥਾ ਸਾਡੇ ਪਾਸੋਂ ਮੱਧ ਭਾਗ ਤੱਕ ਕਰਵਾ ਲਈ ਹੈ, ਤੇ ਰਹਿੰਦੀ ਬਾਣੀ ਦੀ ਕਥਾ ਵੀ ਆਪ ਕਰਵਾ ਲੈਣੀ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਮੱਧ ਦੀ ਅਰਦਾਸ ਦੀ ਜਿਹੜੀ ਸਮਾਗਮ ਹੈ ਉਹ 17 ਤਰੀਕ ਨੂੰ ਸੰਕਰਾਂਤ ਵਾਲੇ ਦਿਨ ਸਵੇਰੇ 7 ਤੋਂ 8 ਵਜੇ ਤੱਕ ਹੋਵੇਗਾ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਨਾ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अबनासी अगनास पूरन हे सर्वमय दुख पंजन गुणतास संगी हे निरंकार हे निर्गुण सब टेक गोविंद हे गुण निधान या कै सदा बबेक अपरंपर हर हरे है पियो वणियारे संत
ਕੈ ਸਦਾ ਸੰਗ। ਨਿਧਾਰਾ ਆਧਾਰ ਠਾਕੁਰ ਹੋ ਦਾਸ ਰੋ। ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ। ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ। ਨਾਨਕ ਓਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।